ਯਈਏ ਜਨਮ ਨ ਹੋਵੀ ਕਦ ਹੀ, ਜੇਕਰ ਸੱਚ ਪਛਾਣੈ। ਗੁਰਮੁਖੀ ਆਖੈ ਗੁਰਮੁਖ ਬੂਝੈ, ਗੁਰਮੁਖੀ ਇੱਕੋ ਜਾਣੈ। ਕੱਲ ਬੱਬਾ ਲਫ਼ਜ਼ ਜਿਹੜਾ ਸੀਗਾ ਉਹਦੇ ਤੇ ਤੁਹਾਨੂੰ ਇਹ ਲੱਗਦਾ ਸੀ ਜਿਵੇਂ ਕਿਤੇ ਕੋਈ ਪੂਰੀ ਰੋਸ਼ਨੀ ਨਹੀਂ ਪਈ ਸੀ ਨਾ, ਤੈਨੂੰ ਕੱਲ ਲੱਗਦੀ ਮੰਮੇ ਮੋਹ ਆ 2-3 ਵਾਰ ਕਿਹਾ ਉਹ ਮੈਂ ਫਿਰ ਬੱਬਾ ਜਿਹੜਾ ਲਫ਼ਜ਼ ਹੈਗਾ ਅਸਲ ਦੇ ਵਿੱਚ ਬੱਬ ਲਫ਼ਜ਼ ਹੈਗਾ। ਬੱਬ ਉਚਾਰਤ ਭਿਆ ਦੀਵਾਨਾ। ਬੱਬ ਦਾ ਅਰਥ ਹੁੰਦਾ ਮੈਂ। ਬੱਬ ਮੈਂ ਜੋਤ ਦੇ ਲੈਵਲ ਦੀ ਮੈਂ ਹੈ, ਸਰੀਰ ਦੇ ਲੈਵਲ ਦੀ ਮੈਂ। ਚਲੋ ਸਰੀਰ ਦੇ ਲੈਵਲ ਦੀ ਕਈ ਮੈਂ ਸਮਝਦੇ। ਬੱਬ ਤੋਂ ਹੀ ਮਮਤਾ ਬਣਿਆ, ਬੱਬ ਤੋਂ ਹੀ ਮਮਾ ਬਣਿਆ ਹੋਇਆ। ਜਿਹੜਾ ਇਹਦਾ ਮਮਾ ਲਫ਼ਜ਼ ਹੈ ਉਹ ਜੋਤ ਵਾਸਤੇ ਆਇਆ, ਨਿਰਾਕਾਰੀ ਸਰੂਪ ਵਾਸਤੇ ਆਇਆ ਹੈ। ਉਹ ਬੱਬਾ ਅਖਰ ਹੈ, ਬੱਬਾ ਸਰੀਰ ਨਹੀਂ ਹੈ। ਬਸ ਕਾਇਆ ਭੀਤਰ ਅਬਰੋ ਪੜਿਆ, ਮੰਮਾ ਹਰ ਵਿਸਰਿਆ। ਮੈਂ ਅਖਰ ਹਾਂ, ਇਹ ਵਿਸਰ ਕੀ ਗੱਲ? ਜਦ ਹੋਰ ਕੁਝ ਪੜ੍ਹ ਲਿਆ ਤਾਂ ਮੈਂ ਸਰੀਰ ਬਣ ਗਿਆ। ਐਸੀ ਪੜ੍ਹਾਈ ਪੜ੍ਹ ਲਈ, ਇਹ ਹਰ ਹੈ ਨਹੀਂ। ਕਹਿੰਦਾ ਮੈਂ ਤਾਂ ਉੱਥੇ ਤੇਰੇ ਕੋਲ ਦੀ ਉਹਨੂੰ ਗਿਆ, ਹੁਣ ਬੱਬਾ ਸਰੀਰ ਬਣ ਗਿਆ ਉੱਥੇ। ਮੈਂ ਸਾਹਮਣੇ ਖੜਾ, ਤੈਨੂੰ ਦੇਖਿਆ ਕਿਉਂ ਨਹੀਂ? ਬੱਬਾ ਸਰੀਰ ਬਣ ਗਿਆ ਉੱਥੇ। ਬੱਬਾ ਤਾਂ ਦੇਖਣ ਵਾਲੀ ਚੀਜ਼ ਹੈ ਉਹਦੀ। ਇਹ ਪੜ੍ਹਾਈ ਪੜ੍ਹ ਲਈ ਸੰਸਾਰ 'ਚ, ਖੈਰ ਕਲੀਅਰ ਹੋ ਗਈ ਹੁਣ। ਬਸ ਮਾਇਆ ਬਣ ਕੇ ਜੇ ਮੰਮਾ ਨਿਰਾਕਾਰ ਸਰੂਪ ਵਾਸਤੇ ਆਇਆ। ਨਿਰਾਕਾਰ ਸਰੂਪ ਬੱਬਾ ਮਾਸ ਗਰਾਸ। ਮੇਰਾ ਸਭ ਤੋਂ ਪਹਿਲਾਂ ਜਿਹੜਾ ਗਰਾਸ ਹੋਇਆ ਮਾਸ ਹੋਇਆ। ਉਹ ਮਾਸ ਕੀ ਹੁੰਦਾ? ਦੁੱਧ ਮਾਸ ਹੈ। ਜੇ ਡਾਕਟਰੀ ਤੋਂ ਤੁਸੀਂ ਪੁੱਛ ਲਿਓ ਡਾਕਟਰਾਂ ਤੋਂ ਦੁੱਧ ਕੀ ਹੁੰਦਾ। ਜਿਹੜਾ ਦਰਗਾਹ 'ਚ ਪਹਿਲਾਂ ਗਰਾਸ ਮਿਲਿਆ ਉਹ ਮਾਸ ਸੀ ਨਾ, ਪੇਟ ਵਿੱਚ ਪਹਿਲੀ ਗਰਾਹੀ। ਪੇਟ ਵਿੱਚ ਜਿਹੜਾ ਗਰਾਸ ਮਿਲਿਆ ਉਹ ਤੋਂ ਹੀ ਮਾਸ ਮਿਲਿਆ। ਉਹ ਉਹੀ ਰਸ ਸੀ ਜਿਹੜਾ ਹੁਣ ਹਜਮ ਹੋ ਕੇ ਜਾਂਦੀ ਸਾਰੇ ਸਾਡਾ ਮਾਸ ਬਣ ਜਾਂਦਾ। ਰੂਪੇ ਬਦਲਿਆ ਹੋਇਆ। ਜੇ ਮਾਸ ਖਾਧਾ ਤਾਂ ਮਾਸ ਵਧਿਆ। ਮਾਸ ਕਿੱਥੋਂ ਆਇਆ? ਕੌਣ ਮਾਸ ਕੌਣ ਸਾਗ ਕਹਾਵੇ? ਸਾਗ ਸਬਜ਼ੀਆਂ ਵੀ ਮਾਸ ਨੇ। ਜਿੱਥੇ ਆਤਮਾ ਹੁੰਦੀ ਹੈ, ਉਹਦੀ ਜਿਹੜੀ ਦੇਹ ਹੁੰਦੀ ਹੈ, ਉਹ ਮਾਸ ਹੈ ਹੁੰਦਾ। ਚਾਹੇ ਆਲੂ ਹੋਵੇ, ਚਾਹੇ ਗੋਭੀ ਹੋਵੇ, ਚਾਹੇ ਗਾਜਰ ਹੋਵੇ, ਚਾਹੇ ਸਿਓ ਹੋਵੇ, ਚਾਹੇ ਕੇਲਾ ਹੋਵੇ, ਚਾਹੇ ਅਮਰੂਦ ਹੋਵੇ, ਚਾਹੇ ਕਣਕ ਹੋਵੇ, ਚਾਹੇ ਬੱਕਰੀ, ਚਾਹੇ ਮੁਰਗਾ ਬੱਕਰਾ ਹੋਵੇ। ਮਾਸ ਹੈ। ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ, ਵਿਆਪਕ ਦ੍ਰਿਸ਼ਟੀਕੋਣ ਤੋਂ, ਪੂਰੀ ਅਕਲ ਦੇ ਹਿਸਾਬ ਨਾਲ ਸਭ ਮਾਸ ਹੈ। ਘੱਟ ਅਕਲ ਵਾਲਿਆਂ ਦਾ ਕੋਈ ਮਾਸ ਹੈ, ਕੋਈ ਸਬਜ਼ੀ ਹੈ, ਕੋਈ ਦਾਲ ਹੈ, ਕੋਈ ਕੁਛ ਹੈ, ਕੋਈ ਕੁਛ। ਜਿਹੜੇ ਆਦਮੀਆਂ ਨੇ ਇੱਕੋ ਜੋਤ, ਇੱਕੋ ਮਿੱਟੀ ਦੇ ਭਾਂਡਿਆਂ ਨੂੰ 4 ਵਰਣ ਬਣਾ ਲਏ ਸੀ, ਊਚ ਨੀਚ, ਉਹਨਾਂ ਨੇ ਜਾਂ ਮਾਂ ਦਾ ਦਾਲ ਸਬਜ਼ੀ ਬਣਾ ਲਈ, ਫੇਰ ਕੀ? ਉਹਨਾਂ ਦੀ ਅਕਲ ਇਹੋ ਜਿਹੀ ਸੀ। ਉਹ ਇੰਨੀ ਅਕਲ ਦੇ ਮਾਲਕ ਨੇ। ਉਹ ਇੱਕੋ ਚੀਜ਼ ਦੀਆਂ ਕਈ ਵੈਰਾਈਟੀਆਂ ਬਣਾ ਲੈਂਦੇ ਨੇ। ਉਹਨਾਂ ਦੀ ਆਪਣੀ ਅਕਲ ਹੈ। ਥੋੜ੍ਹੀ ਅਕਲ ਦਾ ਹੈ ਉਹਨਾਂ ਦੀ, ਘੱਟ ਅਕਲ ਦੀ ਨਿਸ਼ਾਨੀ ਹੈ, ਘੱਟ ਗਿਆਨ ਦੀ ਨਿਸ਼ਾਨੀ। ਉਹ ਗੁਰਬਾਣੀ ਰੱਦ ਕਰਦੀ ਹੈ। ਗੁਰਬਾਣੀ ਦਾ ਦਾਇਰਾ ਬਹੁਤ ਵਿਸ਼ਾਲ ਹੈ। ਏਕ ਨੂਰ ਤੇ ਸਭ ਜਗ ਉਪਜਿਆ, ਸਭ ਜਗ ਉਪਜਿਆ। ਪੇੜ ਪੌਦੇ ਵਿੱਚ ਹੀ ਆ ਗਏ, ਪਸ਼ੂ ਪੰਛੀ ਵਿੱਚ ਹੀ ਆ ਗਏ। ਜੱਗ ਦੇ ਵਿੱਚ ਤਾਂ ਜੱਗ ਰਚਨਾ ਸਭ ਝੂਠ ਹੈ ਕਿ ਆਦਮੀ ਦੀ ਗੱਲ ਹੈ। ਗੁਰਬਾਣੀ ਆਦਮੀ ਇਕੱਲੇ ਦੀ ਗੱਲ ਕਰਦੀ ਨਹੀਂ ਹੈ, ਸਾਰੇ ਜੱਗ ਨੂੰ ਲੈ ਕੇ ਚੱਲਦੀ ਹੈ ਇਕੱਠਾ। ਜਦ ਕਿ ਉਪਦੇਸ਼ ਆਦਮੀ ਨੂੰ ਇਕੱਲੇ ਨੂੰ। ਗੁਰਬਾਣੀ ਜੱਗ ਨੂੰ ਕਿਉਂ ਲਪੇਟ ਕੇ ਚੱਲਦੀ ਹੈ? ਗੱਲ ਤਾਂ ਆਦਮੀ ਨੂੰ ਉਪਦੇਸ਼ ਕਰਨਾ ਸੀ।
ਜੇ ਸਾਰੇ ਜੱਗ ਨੂੰ ਲੈ ਕੇ ਨਹੀਂ ਚੱਲਦੀ ਤਾਂ ਗਿਆਨ ਹੋਣਾ ਹੀ ਨਹੀਂ। ਫਿਰ ਉਹਨਾਂ ਵਾਲਾ ਗਿਆਨ ਤੁਹਾਡੇ ਜਾਣਾ ਹੀ ਨਹੀਂ, ਸਾਫ਼ ਹੋਣਾ ਹੀ ਨਹੀਂ। ਜੋ ਭੁਲੇਖੇ ਪਾਏ ਨੇ ਦੂਰ ਹੋਣਾ ਹੀ ਨਹੀਂ। ਮਾਸ ਵਾਲਾ ਭੁਲੇਖਾ ਦੂਰ ਹੋਣਾ ਹੀ ਨਹੀਂ ਸੀ ਤੁਹਾਡਾ। ਉੱਚ ਨੀਚ ਵਾਲਾ ਭੁਲੇਖਾ ਦੂਰ ਹੋਣਾ ਹੀ ਨਹੀਂ ਸੀ ਤੁਹਾਡਾ। ਉਹਨਾਂ ਨੇ ਬੇਸ ਤੋਂ ਲੈ ਕੇ ਚੱਲਿਆ ਹੋਇਆ। ਜਿੱਥੋਂ ਚੀਜ਼ ਸਟਾਰਟ ਹੋਈ ਹੈ ਉੱਥੋਂ ਲੈ ਕੇ ਚੱਲਿਆ ਹੈ। ਸਾਰੇ ਇੱਕੋ ਨੂਰ ਹੈ, ਇੱਕੋ ਖੇਤ ਹੈ। ਕਣਕ ਆ ਗਈ, ਵੱਢ ਲਈ, ਕੋ ਤਾਂ ਲਾਵਾ ਲੈ ਗਿਆ, ਕੁਝ ਜੱਟ ਦੇ ਘਰ ਚਲੀ ਗਈ, ਜਿਹਦਾ ਵੀ ਖੇਤ ਹੈ ਕਿਸਾਨ ਉਹਦੇ ਘਰ ਚਲੀ ਗਈ, ਕੁਝ ਬੇਇੱਜ਼ਤੀ ਕਿਸੇ ਦੇ ਘਰ ਚਲੀ ਗਈ। ਕਿਉਂਕਿ ਫਿਰ ਉਸੇ ਦੀ ਰੋਟੀ ਉੱਚ ਨੀਚ ਕਿਉਂ ਹੋਊਗੀ? ਉਸੇ ਕਣਕ ਦੀ ਰੋਟੀ ਹੈ ਨਾ ਪੱਕੀ ਹੋਈ। ਮੁਸਲਮਾਨ ਦਾ ਹੱਥ ਲੱਗ ਗਿਆ, ਫਿਰ ਜ਼ਹਿਰ ਚੜ੍ਹ ਗਈ ਉਹਨੂੰ। ਪੰਡਤ ਦਾ ਹੱਥ ਲੱਗ ਗਿਆ, ਸ੍ਰੇਸ਼ਟ ਹੋ ਗਈ ਉਹ। ਕੀ ਸੋਚ ਹੈ ਇਹ? ਸੋਚ ਹੈ ਕਾਣ। ਇਹ ਅੰਨੀ ਸੋਚ ਹੈ, ਕਾਣ ਵੀ ਨਹੀਂ, ਅੰਨੀ ਸੋਚ ਹੈ। ਵਿਚਾਰ ਨਹੀਂ ਅੰਨੀ ਸੋਚ, ਵਿਚਾਰ ਤੋਂ ਸਖਣੀ ਸੋਚ। ਵਿਚਾਰ ਤੋਂ ਸਖਣੀ ਹੈ ਸਾਰੀ ਗੱਲ। ਸਾਰੇ ਧਰਮ ਵਿਚਾਰ ਤੋਂ ਸਖੜੇ ਨੇ। ਕਿਹੜੇ ਏਦਾਂ ਸੋਚਦੇ ਨੇ, ਜਿਹਨਾਂ ਦੀ ਸੋਚ ਇਹ ਹੈ। ਧਰਤੀ ਉਹੀ ਹੈ, ਖੂਹ ਇੱਥੇ ਲੱਗਿਆ ਹੋਇਆ, ਇਹਦਾ ਨਹੀਂ ਜੀ ਪਾਣੀ ਪੀਣਾ। ਥੱਲੇ ਦਾ ਥੋੜਾ ਪਸੰਦ ਨਹੀਂ, ਕੋ ਕਨੈਕਸ਼ਨ ਹੈ। ਧਰਤੀ ਪਿੱਠਦੀ ਹੁੰਦੀ, ਉੱਥੇ ਉਹ ਖੜੇ ਨੇ, ਉੱਥੇ ਉਹ ਖੜੇ ਨੇ। ਧਰਤੀ ਤਾਂ ਇੱਕੋ ਜੁੜੀ ਹੋਈ ਹੈ। ਬਸ ਮੰਨ ਲਈ, ਮਰਿਆਦਾ ਬਣਾ ਲਈ ਆਪਣੀ। ਜਿੱਥੇ ਤੇ ਮਨ ਖੜਦਾ ਕਢਾ ਲਿਆ, ਕੋਈ ਗੱਲ ਮਿਥ ਲਈ। ਹੱਥ ਝੂਠੇ ਹੋ ਗਏ, ਇੱਥੇ ਤੇ ਧੋਲੇ ਸੁੱਚੇ ਹੋ ਗਏ। ਆਹ ਕਾਹਦੇ ਨਹੀਂ ਧੋਤਾ ਗਾ, ਨਾਲੇ ਜੁੜਿਆ ਹੋਇਆ। ਫਿਰ ਇੱਥੋਂ ਗਾਹਾਂ ਵੀ ਜੁੜਿਆ ਹੋ ਤਾਂ ਕਹਿੰਦੇ ਹਰ ਵਾਰ ਹੋਣਾ ਹੀ ਪਊਗਾ। ਓਨਾ ਕਰ ਲਓ ਜਿੰਨਾ ਕਰ ਸਕਦੇ ਹੋ, ਬਾਕੀ ਛੱਡ ਦਿਓ। ਜਿੰਨਾ ਸਾਡੀ ਮਰਜ਼ੀ ਉਹਨਾਂ ਗਲਤ ਮੰਨਾਂਗੇ, ਉਹ ਤਾਂ ਸਾਡੀ ਮਰਜ਼ੀ ਹੈ। ਮਰਿਆਦਾ ਮਰਜ਼ੀ ਦਾ ਨਾਮ ਹੈ। ਇਸ ਕਰਕੇ ਬਲਜੀਤ ਸਿੰਘ ਨੂੰ ਮੈਂ ਕਿਹਾ ਸੀ, ਮਰਿਆਦਾ ਮੈਨ ਮੇਡ ਹੁੰਦੀ ਹੈ। ਮੈਨ ਮੇਡ ਜੋ ਚੀਜ਼ ਹੈ ਉਹਦੇ ਹਮੇਸ਼ਾ ਝਗੜਾ ਰਹੂਗਾ ਹੀ ਰਹੂਗਾ। ਇਹ ਗੋਡ ਮੇਡ ਹੈ, ਗੋਡ ਗਿਫਟ ਹੈ ਗੁਰਬਾਣੀ। ਰਹਿਤ ਦਾ ਸੰਬੰਧ ਆਤਮਾ ਨਾਲ ਹੁੰਦਾ, ਆਤਮਾ ਨਾਲ ਹੁੰਦਾ। ਸਭ ਕੁਝ ਜਾਣੇ ਆਤਮ ਕੀ ਰਹਿਤ। ਰਹਿਤ ਦਾ ਸੰਬੰਧ ਆਤਮਾ ਨਾਲ ਹੈ, ਮਰਿਆਦਾ ਦਾ ਸੰਬੰਧ ਸਰੀਰ ਨਾਲ ਅਰ ਮਾਇਆ ਨਾਲ ਹੈ, ਸੰਸਾਰ ਨਾਲ ਹੈ। ਸੰਸਾਰ ਤਾਂ ਯਾਨੀ ਸੰਸਾਰ ਦੋ ਰੱਸੀਆਂ ਲੈ ਲਈਆਂ, ਇੱਕ ਸੰਸਾਰ ਵਾਲੀ ਲੱਜ ਲੈ ਲਈ, ਇੱਕ ਨਿਰਾਕਾਰ ਵਾਲੀ ਲੈ ਲਈ। ਦੋਏ ਇਸ ਤਰੀਕੇ ਨਾਲ ਵੱਟਤੀਆਂ ਬੇੜਤੀਆਂ। ਛੁੱਟ ਜੂਗਾ ਹੁਣ, ਛੁਟਕਾਰਾ ਹੋ ਜੂ। ਰਹਿਤ ਮਰਿਆਦਾ ਵਾਲਿਆਂ ਦਾ ਛੁਟਕਾਰਾ ਹੀ ਨਹੀਂ ਹੋ ਸਕਦਾ। ਸਵਾਲ ਨਹੀਂ ਪੈਦਾ ਹੁੰਦਾ ਕਿਵੇਂ ਹੋ ਜੂ ਛੁਟਕਾਰਾ। ਜਿੰਨਾ ਚਿਰ ਮਰਿਆਦਾ ਵਾਲੀ ਰੱਸੀ ਲਾ ਕੇ ਪਰੇ ਨਹੀਂ ਮਾਰਦੇ ਭਗਾ ਕੇ ਨਾ, ਕੱਲੀ ਰਹਿਤ ਵਾਲੀ ਨਹੀਂ ਰੱਖਦੇ। ਰਹਿਤ ਪਿਆਰੀ ਮੁਝ ਕੋ ਕਿਹਾ, ਮਰਿਆਦਾ ਪਿਆਰੀ ਮੁਝ ਕੋ ਨਹੀਂ ਕਿਹਾ ਗੁਰੂ ਨੇ। ਮਰਿਆਦਾ ਪੁਜਾਰੀ ਨੂੰ ਪਿਆਰੀ ਹੈ। ਮਰਿਆਦਾ ਪੰਡਤ ਨੂੰ ਪਿਆਰੀ ਹੈ, ਹਿੰਦੂ ਨੂੰ ਪਿਆਰੀ ਹੈ ਮਰਿਆਦਾ, ਗੁਰੂ ਨੂੰ ਪਿਆਰੀ ਰਹਿਤ ਹੈ। ਸਿੱਖ ਵੀ ਪਿਆਰਾ ਨਹੀਂ, ਰਹਿਤ ਪਿਆਰੀ ਹੈ। ਜੇ ਰਹਿਤ ਨਹੀਂ ਤਾਂ ਸਿੱਖੇ ਨਹੀਂ ਹੈ। ਇਹ ਗੱਲ ਚੱਲਦੀ ਹੈ ਉਧਰ ਰੋਜ਼। ਜੇ ਰਹਿਤ ਹੀ ਨਹੀਂ ਹੈ ਤਾਂ ਸਿੱਖ ਕਾਹਦਾ ਹੈ? ਜੇ ਬਾਣੀ ਮੰਨੀ ਹੋਈ ਨਹੀਂ ਹੈ, ਬਾਣੀ ਤੇ ਚੱਲਦਾ ਹੀ ਨਹੀਂ ਹੈ ਗੁਰਬਾਣੀ ਤੇ ਸਿੱਖ ਕਾਹਦਾ ਹੈ? ਜੇ ਗੱਡੀ ਲੀਹ ਤੇ ਨਹੀਂ ਖੜੀ, ਉਹ ਟ੍ਰੇਨ ਕਾਹਦੀ ਹੈ? ਉਹਨੂੰ ਤਾਂ ਚੱਕ ਕੇ ਪਰੇ ਕਰ ਦਿੰਦੇ ਹੁੰਦੇ ਨੇ। ਜੇ ਚੱਲਣ ਦੇ ਕਾਬਲ ਨਾ ਰਹੇ, ਉਹਨੂੰ ਲੀਹ ਤੋਂ ਪਰੇ ਹਟਾ ਦਿੰਦੇ। ਜਾਂ ਤਾਂ ਲੀਹ ਤੇ ਚੜ੍ਹ ਜਾ, ਦੁਬਾਰਾ ਲੀਹ ਤੇ ਚੜ੍ਹ ਜਾ।
40 ਮੁਕਤੇ ਦੁਬਾਰਾ ਲੀ ਤੇ ਫਿਰ ਚੜ ਗਏ ਆ ਕੇ, ਲੀ ਛੱਡ ਗਏ ਸੀ ਨਾ, ਫਿਰ ਚੜ ਗਏ ਪ੍ਰਮਾਣ ਨੇ। ਚਲੋ ਇਹ ਤਾਂ ਉਲਟੇ ਪੁਲਟੇ ਖੇਤਾਂ 'ਚ ਪਏ ਨੇ ਡੱਬੇ, ਹਜ਼ਾਰਾਂ ਕੋਹਾਂ ਲੀ ਤੇ ਪਰੇ ਕਹੀ ਜਾਂਦੇ ਨੇ ਅਸੀਂ ਸਿੱਖਾਂ। ਹਜ਼ਾਰਾਂ ਕੋਹਾਂ ਦੂਰ ਪਏ ਨੇ ਸਿੱਖੀ ਤੇ, ਹਜ਼ਾਰਾਂ ਕੋਹਾਂ ਦੂਰ, ਹਜ਼ਾਰਾਂ ਕੋਹਾਂ। ਜਦੋਂ ਗੁਰਮਤਿ ਦਾ ਹੀ ਗਿਆਨ ਹੈ ਜੀ, ਦੂਰ ਵੀ ਉਹ ਨੇ ਜਿਨ੍ਹਾਂ ਨੂੰ, ਜਿਹੜੇ ਸਿੱਖ ਬਣਨਾ ਚਾਹੁੰਦੇ ਨੇ ਉਹਨਾਂ ਨੂੰ ਦੂਰ ਕਹਾਂਗੇ ਅਸੀਂ, ਦੂਰ ਨੇ ਹੋ ਜੇ। ਸਿੱਖ ਬਣਨਾ ਚਾਹੁੰਦੇ ਨੇ ਉਹ ਵੀ ਹਜ਼ਾਰਾਂ ਕੋਹਾਂ ਦੂਰ ਨੇ, ਕਿਉਂ ਸਮਝ ਨਹੀਂ ਨਾ ਆਈ ਬਾਣੀ ਦੀ। ਕਬੀਰ ਸਿੱਖ ਬਣਨਾ ਚਾਹੁੰਦਾ ਸੀ, ਹਜ਼ਾਰਾਂ ਕੋਹਾਂ ਦੂਰ ਸੀ। ਗੁਰੂ ਅਮਰਦਾਸ ਹਜ਼ਾਰਾਂ ਕੋਹਾਂ ਦੂਰ ਸੀ। ਲੀ ਤਾਂ ਲਿਆਂਦਾ ਨਾ, ਗੁਰੂ ਘਰ ਚ ਆਇਆ ਤਾਂ ਆਇਆ। ਪਤਾ ਹੀ ਨਹੀਂ ਸੀ ਗੱਲ ਦਾ। ਉਹ ਜਿਹਦਾ ਪਤਾ ਹੋਵੇ ਹਜ਼ਾਰਾਂ ਕੋਹਾਂ ਦੂਰ ਦਾ ਮਤਲਬ ਇਹੀ ਹੈ ਜਿਹਦਾ ਗਿਆਨ ਹੀ ਨਾ ਹੋਵੇ। ਪਰ ਜੇ ਸਿੱਖੀ ਦਾ ਗਿਆਨ ਨਹੀਂ, ਹਜ਼ਾਰਾਂ ਕੋਹਾਂ ਦੂਰ ਹੈ, ਚਾਹੇ ਅਸੀਂ ਅੰਦਰੋਂ ਸਿੱਖ ਬਣਨਾ ਚਾਹੁੰਦੇ ਵੀ ਹਾਂ, ਉਹ ਹਜ਼ਾਰਾਂ ਕੋਹਾਂ ਦੂਰ ਨੇ। ਜਿਹੜੇ ਵਿਰੋਧ 'ਚ ਖੜੇ ਨੇ, ਮਰਿਆਦਾ ਵਾਲੇ, ਜਾਣ ਕੇ, ਜਿਹੜੇ ਥੋੜ੍ਹਾ ਬਹੁਤਾ ਜਾਣ ਕੇ ਵੀ ਵਿਰੋਧ ਕਰਦੇ ਨੇ, ਛੱਡਣਾ ਨਹੀਂ, ਉਹ ਉਹਨਾਂ ਦੀ ਜਗ੍ਹਾ ਨੇ। ਜਿਹਨਾਂ ਨੂੰ ਅਸੀਂ ਦੁਰਮਤ, ਸਾਖਤਾਂ ਦੀ ਜਗ੍ਹਾ ਨੇ, ਉਹ ਸਾਖਤ ਨੇ ਸਾਰੇ। ਸਾਖਤ ਮਰੈ ਸੰਤ ਸਭ ਜੀ। ਸੰਤ ਉਹ ਬਣ ਗਏ ਜਿਨ੍ਹਾਂ ਦੇ ਅੰਦਰ ਇੱਛਾ ਹੈਗੀ ਹੈ ਸਿੱਖ ਬਣਨ ਦੀ, ਪਰ ਉਹਨਾਂ ਨੂੰ ਪਤਾ ਹੈ, ਪਤਾ ਲੱਗੂਗਾ, ਉਹ ਸਿੱਖੀ ਅਡਾਪਟ ਕਰੀ ਜਾਣਗੇ। ਜਿੰਨਾ ਜਿੰਨਾ ਪਤਾ ਲੱਗੂਗਾ ਅਡਾਪਟ ਕਰੀ ਜਾਣਗੇ। ਉਹਨਾਂ ਨੂੰ ਅਸੀਂ ਹਜ਼ਾਰਾਂ ਕੋਹ ਦੂਰ ਕਹਿ ਸਕਦੇ। ਮਨ ਦੀ ਸਪੀਡ ਇੰਨੀ ਹੈ, ਹਜ਼ਾਰਾਂ ਲੱਖਾਂ ਕੋਹ 10 ਘੰਟਾ ਤੈਅ ਕਰ ਲੈਂਦੇ। ਇਹਦੀ ਸਪੀਡ ਬਹੁਤ ਹੈ ਨਾ, ਮਨ ਦੀ ਇੰਨੀ ਤੇਜ਼ ਸਪੀਡ ਆ, ਹਜ਼ਾਰਾਂ ਲੱਖਾਂ ਕੋਹ ਦਾ ਫਾਸਲਾ ਇਸ ਘੰਟਾ ਤੈਅ ਕਰ ਲੈਂਦੇ। ਜੇ ਮੰਨ ਗਿਆ, ਜਦ ਤੈਅ ਹੋ ਗਿਆ ਫਾਸਲਾ, ਨਾ ਮੰਨਿਆ ਤਾਂ ਬਸ ਰਹਿ ਗਿਆ। ਜੇ ਚੱਕਾ ਧੱਕਾ ਕਰਦਾ ਰਿਹਾ, ਗੱਡੀ ਆ ਕੇ ਖੜੀ ਪਲੇਟਫਾਰਮ ਤੇ, ਜੇ ਚੜ ਗਿਆ ਫਾਸਲਾ ਤੈਅ ਹੋ ਗਿਆ। ਜੇ ਨਾ ਚੜਿਆ ਤਾਂ ਪਲੇਟਫਾਰਮ ਤੇ ਖੜਾ ਹੀ ਰਹਿ ਗਿਆ। ਬੇੜੇ ਤੇ ਜਿਹੜਾ ਚੜੂਗਾ ਪਾਰ ਉਹੀ ਲੱਗੂਗਾ। ਚੜ੍ਹਨ ਵੇਲੇ ਜਿਹੜਾ ਸਲਾਹਾਂ ਕਰੀ ਜਾਊਗਾ, ਸਲਾਹਾਂ ਕਰਦਾ ਉਹਨਾਂ 'ਚ ਰਹਿ ਜੂ, ਉੱਥੇ ਖੜਾ ਰਹੂਗਾ। ਯਈਏ ਜਨਮ ਨ ਹੋਵੀ ਕਦ ਹੀ, ਜੇਕਰ ਸੱਚ ਪਛਾਣੈ। ਜੇਕਰ ਸੱਚ ਨੂੰ ਪਛਾਣ ਲਵੇ ਨਾ, ਅਗਲਾ ਜਨਮ ਨਹੀਂ ਹੁੰਦਾ। ਜਾਣਾ ਹੋਣਾ ਕਿਤੇ ਨਹੀਂ ਹੈ, ਅਵਸਥਾ ਬਦਲਣੀ। ਜਿੱਥੇ ਕਲਯੁਗ ਉੱਥੇ ਸਤਿਯੁਗ ਹੋ ਜਾਣ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ। ਜਿੰਨਾ ਚਿਰ ਮੈਂ ਮਿਲਿਆ ਰਿਹਾ ਸੀ, ਕਲਯੁਗ ਹੈ ਨਹੀਂ ਸੀ। ਉਹਨਾਂ ਚਿਰ ਫਿਰ ਕੀ ਸੀ? ਸਤਿਯੁਗ ਸੀ। ਤ੍ਰੇਤਾ ਦੁਆਪਰ ਨਹੀਂ ਹੋ ਸਕਦੇ। ਤ੍ਰੇਤਾ ਦੁਆਪਰ ਨਹੀਂ ਹੁੰਦੇ। ਕਲਯੁਗ ਚੋਂ ਸਿੱਧਾ ਸਤਿਯੁਗ ਚੋਂ ਸਿੱਧਾ ਕਲਯੁਗ ਚ ਆਉਂਦਾ, ਕਲਯੁਗ ਤੋਂ ਸਿੱਧਾ ਸਤਿਯੁਗ ਚਲਿਆ ਜਾਂਦਾ। ਜਾਂ ਮਿਲਿਆ ਹੋਇਆ ਨਾ, ਇੱਕ ਘੜੀ ਨਾਲ ਮਿਲਤੇ, ਜੇ ਮਿਲਿਆ ਹੈ ਸਤਿਯੁਗ, ਸੱਚ ਨਾਲ ਮਿਲਿਆ ਹੈ। ਮਿਲਿਆ ਕੀ ਦੇਣਾ? ਸੱਚ ਨਾਲ। ਸੱਚ ਨਾਲ ਜੁੜਿਆ ਹੈ ਸਤਿਯੁਗ ਹੈ। ਕਲਪਨਾ ਕਰਨ ਲੱਗ ਗਿਆ, ਮਾਇਆ ਨਾਲ ਜੁੜ ਗਿਆ, ਕਲਯੁਗ ਹੋ ਗਿਆ। ਕਲਪਨਾ ਦੇ ਯੁੱਗ ਨੂੰ, ਕਲਪਨਾ ਦਾ ਯੁੱਗ ਕੀ ਹੁੰਦਾ? ਕਲਪਨਾ ਹੁਕਮ ਦਾ ਵਿਰੋਧ ਕਰਨ ਵਾਲੀ ਚੀਜ਼ ਨੂੰ ਕਲਪਨਾ ਕਹਿੰਦੇ ਹਾਂ। ਹੁਕਮ ਦਾ ਵਿਰੋਧ ਹੁੰਦਾ। ਮੈਨੂੰ ਕੀ ਕਰਨਾ ਚਾਹੀਦਾ, ਇਹਦਾ ਮਤਲਬ ਹੈ ਮੈਂ ਹੁਕਮ 'ਚ ਨਹੀਂ ਚੱਲਣਾ। ਮੈਨੂੰ ਆਪਣੀ ਮਰਜ਼ੀ ਨਾਲ ਕੀ ਕਰਨਾ ਚਾਹੀਦਾ। ਜੇ ਮੈਨੂੰ ਹੁਕਮ 'ਚ ਚੱਲਣਾ ਚਾਹੀਦਾ, ਹੁਕਮ ਨੂੰ ਪਛਾਣਨਾ ਚਾਹੀਦਾ, ਫਿਰ ਤਾਂ ਕਲਪਨਾ ਦੀ ਲੋੜ ਹੈ ਨਹੀਂ। ਕਲਪਨਾ 'ਚ ਆਪਣਾ ਰਾਹ ਬਣਾਉਂਦਾ।
ਆਪਣੀ ਪਲਾਨ ਬਣਾਉਂਦਾ, ਉਹਦੇ ਅਨੁਸਾਰ ਚੱਲਦਾ। ਹੁਕਮ ਦੇ ਵਿੱਚ ਤਾਂ ਬੜੀ ਬਣਾਈ ਪਲਾਨ ਤੇ ਬੜੀ ਬਣਾਈ ਲਾਈਨ ਤੇ ਚੱਲਦਾ ਹੈ। ਉੱਥੇ ਨਵੀਂ ਲਾਈਨ ਵਿਛਾਉਂਦਾ ਆਪਣੀ ਲਾਈਨ ਨਵੀਂ, ਸਭ ਕੁਛ ਨਵੇਂ ਪੋੜ ਲਵੇ ਲਾਉਣੇ, ਸਭ ਕੁਝ ਨਵਾਂ ਕਰਨਾ ਪੈਣਾ ਇਹਨੂੰ। ਕੀ ਇਹਨਾਂ ਕੋ ਕਰਨਾ ਸਮਰੱਥ ਹੈ? ਸੜਕਾਂ ਤੇ ਲੋਕ ਸਫ਼ਰ ਕਰਦੇ ਨੇ ਜਿਹੜੀਆਂ ਬੜੀਆਂ ਗੌਰਮੈਂਟ ਦੀਆਂ ਬਣਾਈਆਂ ਹੋਈਆਂ ਨੇ, ਦੂਏ ਪਾਸੇ ਨੂੰ ਕਿਉਂ ਨਹੀਂ ਜਾਂਦੇ? ਪਹਾੜਾਂ 'ਚ ਜਾਣਗੇ ਕਿਵੇਂ? ਰਾਹ ਬੜੇ ਬਣਾਏ ਤੇ ਜਾਂ ਹੁੰਦਾ, ਔਕੜ ਘਾਟੀ ਦੇ ਵਿੱਚ ਬੜੇ ਬਣਾਏ ਰਾਹ ਤੇ ਤੁਰ ਹੁੰਦਾ। ਉੱਥੇ ਜਿੱਥੇ ਲੋੜ ਹੈ ਪੁਲ ਵੀ ਲੱਗਿਆ ਹੋਇਆ, ਜਿੱਥੇ ਲੋੜ ਹੈ ਗੱਡੀ ਪਾਸ ਕਰਨ ਦਾ ਥੋਂ ਵੀ ਰੱਖਿਆ ਹੋਇਆ, ਪਹਿਲਾਂ ਉਹਨਾਂ ਨੇ ਬਣਾਏ ਹੋਏ ਨੇ। ਚੱਲਦੇ ਰਾਹ ਚੱਲੀਦਾ ਹੁੰਦਾ, ਜਿਹੜਾ ਰਾਹ ਚੱਲਦਾ ਹੋਵੇ। ਇਹ ਆ ਜਨਮ ਨਾ ਹੋਵੇ ਕਦ ਹੀ ਹੋਵੇ ਕਦ ਹੀ, ਜੇਕਰ ਸੱਚ ਪਛਾਣ, ਜੇ ਸੱਚ ਨੂੰ ਪਛਾਣ ਲਵੇ। ਸੱਚ ਬਾਰੇ ਕੋਈ ਗਿਆਨ ਨਹੀਂ। ਸੰਸਾਰ ਦਾ ਸੱਚ ਕੀ ਹੈ? ਕੀ ਆਦਮੀ ਕੁਝ ਕਰ ਸਕਦਾ ਹੈ? ਕਿ ਧਰੂ ਭਗਤ ਨੇ ਸਾਰਾ ਡੁਲਾਤਾ ਸੀ, ਕਿ ਇਹਦਾ ਡੁਲਾਇਆ ਜਾ ਸਕਦਾ ਹੈ? ਜੇ ਡੁਲਾਇਆ ਜਾ ਸਕਦਾ ਜਾਤੇ ਬਾਅਦ ਹੋਰ ਕਿਸੇ ਨੇ ਕਿਉਂ ਨਹੀਂ ਇਹ ਜਿਹਾ ਕੰਮ ਕੀਤਾ? ਉਹੀ ਰਾਹ ਸੀ, ਫਿਰ ਤਾਂ ਰਾਹ ਕੱਢਿਆ ਗਿਆ ਸੀ, ਉਸੇ ਰਾਹ ਬਹੁਤ ਸਾਰੇ ਨਿਕਲ ਜਾਂਦੇ। ਇੱਕ ਕਹਾਣੀ ਦੇ ਬਾਅਦ ਦੂਈ ਕਿਉਂ ਨਹੀਂ ਆਉਂਦੀ? ਜੋ ਧਰੂ ਨਾ ਹੋਇਆ ਪ੍ਰਹਲਾਦ ਨਾਲ ਨਹੀਂ ਹੋਇਆ, ਜੋ ਪ੍ਰਹਲਾਦ ਨਾ ਹੋਇਆ ਧਰੂ ਨਾਲ ਨਹੀਂ ਹੋਇਆ, ਔਰ ਜਿਹੜਾ ਦੋਆ ਨਾ ਹੋਇਆ ਦੁਬਾਰਾ ਹੋਰ ਕਿਸੇ ਨਾਲ ਨਹੀਂ ਹੋਇਆ। ਜੇ ਬਾਬਾ ਦੀਪ ਸਿੰਘ ਸੀ ਚੱਕ ਕੇ ਲੜ ਸਕਦਾ ਸੀ, ਤਾਂ ਹੁਣ ਆਮ ਆਦਮੀ ਉਦੋਂ ਪਹਿਲਾਂ ਵੀ ਲੜ ਸਕਦੇ ਸੀ। 10 ਪਾਤਸ਼ਾਹ ਵੇਲੇ ਉਦੋਂ ਤਾਂ ਕੋਈ ਲੜ ਨਹੀਂ ਸਕਿਆ। ਉਹ ਜਦ ਉਹ ਆਪ ਨਹੀਂ ਰਿਹਾ ਤਾਂ ਫਿਰ ਸੀ ਚੱਕ ਕੇ ਲੜਨ ਲੱਗੇ। ਉਹਦਾ ਸਰਸਾ ਨਹੀਂ ਅਟਕਾ ਸਕਿਆ, ਜਦ ਉਹ ਨਹੀਂ ਰਿਹਾ ਫਿਰ ਅਟਕਦੇ ਰਹੇ, ਅਟਕਾਉਣ ਲੱਗੇ। ਝੂਠ ਨਹੀਂ ਤਾਂ ਹੋਰ ਕੀ ਹੈ? ਝੂਠ ਦੇ ਇਲਾਵਾ ਗੁਰੂਆਂ ਦੀ ਤੋਹੀਨ ਵੀ ਹੈ ਅਸਲ ਦੇ ਵਿੱਚ। ਮੇਰੀ ਨਿਗਾਹ ਦੇ ਵਿੱਚ ਗੁਰੂਆਂ ਦੀ ਜਾਣ ਬੁੱਝ ਕੇ ਤੋਹੀਨ ਕਰਨ ਖਾਤਰ ਸਾਖੀਆਂ ਬਣਾਈਆਂ ਨੇ। ਗੁਰੂ ਤੋਂ ਟਿਕਾ ਨਹੀਂ ਸਕਿਆ ਦਰਿਆ, ਗੁਰੂ ਦਾ ਸਰਸੇ ਚੜ੍ਹ ਗਏ ਸਿੱਖ। ਰਣਜੀਤ ਸਿੰਘ ਨੇ ਅੜਕਦੇ ਅੜਕਾਤਾ, ਕਿਉਂ? ਉਹ ਰਾਜਾ ਸੀ, ਉਹ ਰਾਜਾ ਹੈ ਨਹੀਂ ਸੀ। ਰਾਜੇ ਨੂੰ ਵੱਡਾ ਬਣਾਤਾ, ਭਗਤ ਨੂੰ ਛੋਟਾ ਬਣਾਤਾ। ਭਗਤ ਦਾ ਬਣਾਤਾ ਛੋਟਾ, ਰਾਜਾ ਬਣਾਤਾ ਸ਼ਕਤੀਸ਼ਾਲੀ ਵੱਡਾ। ਗੁਰਬਾਣੀ ਕੀ ਕਹਿੰਦੀ ਹੈ? ਪੰਡਤ ਸੂਰ ਛਤਰਪਤੀ ਰਾਜਾ, ਭਗਤ ਬਰਾਬਰ ਹੋਰ ਨਾ ਕੋਏ, ਹੋਰ ਨਾ ਕੋਏ। ਗੁਰਬਾਣੀ ਪਲਟਤੀ, ਗੁਰਬਾਣੀ ਤੋਂ ਉਲਟ ਕਰਤੀ ਗੱਲ ਸਾਰੀ। ਸਾਰਾ ਇਤਿਹਾਸ ਗੁਰਬਾਣੀ ਨੂੰ ਪਲਟ ਰਿਹਾ ਤੁਹਾਡਾ। ਮੈਨੂੰ ਦੱਸੇ ਕੌਣ ਇਹਨਾਂ ਨੂੰ ਮੂਰਖਾਂ ਨੂੰ? ਇਹ ਤਾਂ ਬਾਹਾਂ ਖੜੀਆਂ ਕਰ ਕਰਕੇ ਇਹਦੇ ਨੇ ਅੜਕਾਤਾ, ਪਾਗਲ। ਇਹ ਨਹੀਂ ਪਤਾ ਵੀ ਗੁਰੂ ਦੀ ਤੋਹੀਨ ਹੈ। ਇਹ ਲੋਕ ਸਿੱਖੀ ਨੂੰ ਦੇ ਝੰਡੇ ਉੱਚੇ ਚੱਕ ਦੇਣਗੇ। ਇਹਨਾਂ ਗੱਲਾਂ ਨੇ ਸਿੱਖੀ ਡਾਊਨ ਕੀਤੀ ਹੈ। ਲੋਕ ਤੁਹਾਨੂੰ ਪਾਗਲ ਸਮਝਦੇ ਨੇ, ਬੇਵਕੂਫ ਨੇ, ਆਪਣੇ ਗੁਰੂ ਦੀ ਤੋਹੀਨ ਕਰੀ ਜਾਂਦੇ। ਕਦੇ ਵਿਚਾਰਿਆ ਹੀ ਨਹੀਂ ਅਸੀਂ ਕੀ ਕਹਿ ਰਹੇ ਹਾਂ। ਜੋ ਕਹਿ ਰਹੇ ਹਾਂ ਵਿਚਾਰਿਆ ਹੀ ਨਹੀਂ ਕਦੇ। ਜਨਮ ਦੂਆ ਨਹੀਂ ਹੁੰਦਾ। ਜਨਮ ਵਾਲੀ ਤਾਂ ਗੱਲ ਛੱਡੇ ਦਿੱਤੀ ਨਾ, ਗੁਰਬਾਣੀ ਵਾਲੀ ਗੱਲ ਇਹ ਛੱਡਤੀ ਵਿਸਾਰਤੀ। ਕਿਸੇ ਨੂੰ ਚਿੰਤਾ ਇਸ ਗੱਲ ਦੀ ਹੈ ਨਹੀਂ ਕਹਾਂ ਜਨਮ ਹੋਊਗਾ ਨਹੀਂ ਹੋਊ। ਇਹ ਗਲਤ। ਗੁਰਬਾਣੀ ਦਾ ਤਾਂ ਜੋ ਵਿਸ਼ਾ ਤਿਆਗ ਹੀ ਦਿੱਤਾ ਬਿਲਕੁਲ ਸਿੱਖ ਨੇ। ਵਿਸ਼ਾ ਹੀ ਰੱਖ ਲਿਆ ਵੀ ਅਸੀਂ ਤਾਂ ਦੁਨੀਆ ਤੇ ਰਾਜ ਕਰਨਾ ਬਸ। ਗੁਰਬਾਣੀ ਨੂੰ ਤਿਆਗ ਕੇ ਦੁਨੀਆ ਤੇ ਰਾਜ ਕਰਨਾ।
ਗੁਰਬਾਣੀ ਨੇ ਕਿਹਾ ਸੀ ਰਾਜ ਵਾਲੇ ਪਾਸੇ ਨਾ ਜਾਇਓ। ਦੁਨੀਆ ਤੇ ਇੱਕੋ ਹੀ ਉਪਲਬਧੀ ਹੈ, ਜਸ। ਰਾਜ ਵੀ ਜਸ ਵਾਸਤੇ ਹੀ ਹੁੰਦਾ, ਜਸ ਹੋਵੇ। ਸੰਪਤੀ ਵੀ ਜਸ ਵਾਸਤੇ ਹੀ ਕਰਦੇ ਹਾਂ ਅਸੀਂ, ਚੰਗੇ ਕੰਮ ਵੀ ਜਸ ਵਾਸਤੇ ਹੀ ਕਰਦੇ ਹਾਂ ਅਸੀਂ, ਦਾਨ ਪੁੰਨ ਵੀ ਜਸ ਵਾਸਤੇ ਹੀ ਕਰਦੇ ਹਾਂ ਅਸੀਂ। ਜੇ ਸਭ ਕਾਸੇ ਤੇ ਬਿਨਾਂ ਹੀ ਜਸ ਹੋ ਜਾਵੇ, ਟਿਕਾਊ ਜਸ ਹੋ ਜਾਵੇ, ਇਹਨਾਂ ਯਤਨਾਂ ਨਾਲ ਜਿਹੜੇ ਪਹਿਲਾਂ ਦੱਸੇ ਨੇ ਜਸ ਟੈਂਪਰੇਰੀ ਜਸ ਹੁੰਦਾ, ਸੰਸਾਰੀ ਜਸ। ਸੰਸਾਰੀ ਜਸ ਹੈ ਜਿਹੜੀ ਦੁਨੀਆ ਕੀ ਵਡਿਆਈ ਜਿਹਨੂੰ ਕਹਿੰਦੇ ਨੇ ਸੰਸਾਰੀ ਜਸ ਹੈ, ਉਹਦੀ ਉਮਰ ਬਹੁਤ ਥੋੜੀ ਹੁੰਦੀ ਹੈ। ਸੰਸਾਰੀ ਜਸ ਦੀ ਉਮਰ ਨਹੀਂ ਜ਼ਿਆਦਾ ਹੁੰਦੀ, ਸੰਸਾਰ ਦੀ ਉਮਰ ਥੋੜੀ ਹੈ। ਪਰ ਜਿਹੜਾ ਇਹ ਝੂਠਾ ਜਸ ਹੈ, ਮਾਇਆ ਝੂਠੀ ਹੈ, ਇਹਦੇ ਜ਼ੋਰ ਨਾਲ ਜਿਹੜਾ ਜਸ ਉਹ ਵੀ ਝੂਠਾ ਹੋਊਗਾ। ਦਾਨ ਕਰੋਗੇ ਪੁੰਨ ਕਰੋਗੇ ਮਾਇਆ ਹੀ ਹੈ ਨਾ। ਰਾਜ ਵੀ ਝੂਠਾ ਹੈ, ਇਹਦਾ ਰਾਜਸ ਵੀ ਝੂਠਾ ਰਹੂਗਾ। ਚੰਗੇ ਕੰਮ ਕਰ ਲਓ ਜਿੰਨਾ ਚਿਰ ਕਰਦੇ ਹੋ ਜਸ ਹੈ, ਉਹਦੇ ਨਾਲ ਵੀ ਜਸ ਝੂਠਾ ਹੀ ਹੋਊਗਾ। ਜੇ ਜਸ ਚਾਹੀਦਾ ਹੀ ਹੈ ਸੱਚਾ ਕਰੋ, ਸੱਚ ਪਰਮਾਨੈਂਟ ਜਿਹੜਾ ਜਸ ਰਹੇ, ਇਹੋ ਜਿਹਾ ਜਸ ਚਾਹੀਦਾ। ਪਰਮਾਨੈਂਟ ਜਸ ਹੋਊਗਾ ਸੱਚਾ ਜਸ, ਸੱਚ ਨੂੰ ਪਛਾਣੇ ਤੇ ਜਿਹੜਾ ਜਸ ਹੈ ਸੱਚਾ ਜਸ ਹੋਊ। ਗੁਰਮੁਖੀ ਆਖੈ ਗੁਰਮੁਖੀ ਬੂਝੈ, ਗੁਰਮੁਖੀ ਇੱਕੋ ਜਾਣੈ। ਐਸੀ ਇੱਕ ਲਾਈਨ ਖਿੱਚੋ ਜਿਹੜੀ ਕਿਸੇ ਨੇ ਖਿੱਚੀ ਹੋਣੀ ਦੁਨੀਆ 'ਚ, ਕੋਈ ਬਿਰਲੇ ਬਿਰਲੇ ਖਿੱਚਦੇ। ਉਹ ਲਾਈਨ ਹੈ ਦੁਨੀਆ ਦਾ ਬੈਰ ਵਿਰੋਧ, ਦੁਨੀਆ ਦੀ ਊਚ ਨੀਚ, ਇਹਨੂੰ ਮਿਟਾ ਦਿਓ। ਚਾਹੇ ਉਪਦੇਸ਼ ਕਰਕੇ ਮਿਟਾਓ, ਮਿਟਾ ਦਿਓ। ਮਿਟਾਉਣ ਵਾਸਤੇ ਉਪਰਾਲੇ ਕਰੋ ਜਿੰਨੇ ਹੋ ਸਕਦੇ ਨੇ। ਉਹਦਾ ਚਾਹੇ ਤੁਸੀਂ ਪੈਸਾ ਖਰਚ ਹੋ ਜਾਏ, ਉਹਦੇ 'ਚ ਸਾਰਾ ਯਤਨ ਇਸ ਦੇ ਵਿੱਚ ਲਾਓ। ਊਚ ਨੀਚ ਲੋਕਾਂ ਦੇ ਦਿਲਾਂ 'ਚੋਂ ਮਿਟੇ ਔਰ ਪ੍ਰੇਮ ਵਧੇ। ਜ਼ਬਰਦਸਤੀ ਨਹੀਂ ਊਚ ਨੀਚ ਮਿਟਣੀ, ਪ੍ਰੇਮ ਨਹੀਂ ਬਦਲਣਾ। ਫਿਰ ਪ੍ਰੇਮ ਨਹੀਂ ਬਦਲਣਾ। ਜੇ ਅਸੀਂ ਤਲਵਾਰ ਦੇ ਜ਼ੋਰ ਨਾਲ ਕਰਾਂਗੇ ਫਿਰ ਪ੍ਰੇਮ ਨਹੀਂ ਰਹਿਣਾ। ਪ੍ਰੇਮ ਵਧੇ, ਊਚ ਨੀਚ ਮਿਟੇ, ਦੋ ਕੰਮ ਇਕੱਠੇ ਹੋਣ। ਇਹੀ ਕੰਮ ਗੁਰੂ ਘਰ ਨੇ ਕੀਤਾ, ਇਹੀ ਅਸੀਂ ਕਰਨਾ। ਇਹਦੇ ਵਿੱਚੋਂ ਸੱਚਾ ਜਸ ਹੈ, ਇਹਦੇ ਬਿਨਾਂ ਸੱਚਾ ਜਸ ਨਹੀਂ ਹੈ। ਉਸ ਜਸ ਦੀ ਨਾਵ ਹੈ ਜਿਹੜੀ, ਉਹ ਜਸ ਦੀ ਜਿਹੜੀ ਨਾਉ ਕਿਸ਼ਤੀ ਹੋਊ, ਉਹ ਭਵ ਸਾਗਰ ਤਾਰਨ ਵਾਲੀ ਹੈ। ਜਸ ਨਾਵ ਚੜ੍ਹੈ ਭਵ ਸਾਗਰ ਤਾਰੈ। ਇਹ ਸੱਚੇ ਜਸ ਦੀ ਨਾਵ ਹੈ ਜਿਹੜੀ ਨਾ, ਇਹ ਭਵ ਸਾਗਰ ਪਾਰ ਕਰ ਸਕਦੀ ਹੈ। ਅੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਬਿਠਾ ਲਿਆ ਨਾ ਇੱਥੇ, ਜਿਹਨੂੰ ਹੱਥ ਨਹੀਂ ਸੀ ਲਾਉਂਦੇ। ਸੋਢੀਆਂ ਦੀ ਬੜੀ ਉੱਚੀ ਕੁਲ ਮੰਨੀ ਜਾਂਦੀ ਸੀ, ਉੱਚੀ ਕੁਲ ਵਾਲੇ ਨੇ ਬਿਠਾਇਆ। ਕੋਈ ਘਟੀਆ ਕੁਲ ਵਾਲਾ ਹੁੰਦਾ ਸ਼ਾਇਦ ਉਹ ਕਹਿੰਦੇ ਲਾ ਜੀ ਇਹ ਕੁਲ ਦਾ ਕੀ ਹੈ। ਪੰਡਤਾਂ ਨੂੰ ਬ੍ਰਾਹਮਣਾਂ ਨੂੰ ਉੱਚੀ ਕੁਲ ਮੰਨੀ ਜਾਂਦੀ ਹੈ ਸੋਢੀਆਂ ਦੀ। ਵੱਡੇ ਵੱਡੇ ਅਵਤਾਰ ਜਿਹੜੇ ਹੋਏ ਨੇ ਨਾ, ਅਵਤਾਰ ਜਿਹੜੇ ਹੋਏ ਨੇ, ਜਿਨ੍ਹਾਂ ਨੇ ਸੱਚ ਪ੍ਰਚਾਰਿਆ, ਸੱਚ ਦਾ ਰਾਜ ਚਲਾਇਆ, 10 ਅਵਤਾਰ, ਉਹਨਾਂ ਦੀ ਕੁਲ ਨੂੰ ਸੋਢੀਆਂ ਦੀ ਕੁਲ ਕਹਿੰਦੇ ਨੇ। ਉਹ ਚਾਹੇ ਕੁਲ ਕੋਈ ਹੋਵੇ ਪਹਿਲਾਂ ਉਹਨਾਂ ਦੀ, ਉਹ ਸੋਢੀਆਂ ਦੀ ਕੁਲ ਹੁੰਦੀ। ਤੇ ਸੋਢ ਵੰਸ਼ ਖਾਲਸਾ ਵੀ ਕਹਿੰਦਾ, ਖਾਲਸਾ ਵੀ ਸੋਢ ਵੰਸ਼ ਹੈ ਨਾ। ਤਾਂ ਹੀ ਖਾਲਸਾ ਕਾਨਪੁਰ ਕੀ ਫੌਜ
ਉਹ ਆਪ ਰਾਜ ਨਹੀਂ ਕਰਦੇ ਹੁੰਦੇ, ਰਾਜਾ ਨਹੀਂ ਹੁੰਦੇ, ਆਪ ਸੇਵਕ ਹੁੰਦੇ ਨੇ। ਰਾਜ ਕਾਹਦਾ ਹੁੰਦਾ? ਰਾਜ ਸੱਚ ਦਾ। ਰਾਜ ਕਿਹਦਾ ਹੁੰਦਾ? ਰਾਜ ਸੱਚ ਦਾ। ਇੱਥੇ ਰਾਜ ਕਿਹਦਾ ਚਲਾਇਆ? ਰਣਜੀਤ ਸਿੰਘ ਦਾ। ਰਣਜੀਤ ਸਿੰਘ ਦਾ ਰਾਜ ਚਲਾਉਣਾ ਸੀ, ਖਾਲਸੇ ਨੇ ਸੱਚ ਦਾ ਚਲਾਉਣਾ ਸੀ। ਨਾਨਕ ਨੇ ਰਾਜ ਚਲਾਇਆ ਸੱਚ। ਉਹ ਕਾਹਦੇ ਛੱਡਤਾ? ਭੁੱਲ ਕਾਹਦੇ ਗਏ? ਸੱਚ ਦਾ ਰਾਜ ਚਲਾਇਆ ਸੀਗਾ, ਸੱਚ ਦਾ ਹੀ ਚਲਾਉਣਾ ਰਾਜ, ਸੱਚ ਦਾ ਹੀ ਰਹਿੰਦਾ, ਔਰ ਸੱਚ ਦਾ ਹੀ ਰਾਜ ਰਹੂਗਾ। ਹੁਣ ਵੀ ਸੱਚ ਦਾ ਹੀ ਰਾਜ ਹੈ। ਸੱਚ ਦੇ ਭਾਣੇ 'ਚ ਚੱਲਦੀ ਹੈ ਸ੍ਰਿਸ਼ਟੀ, ਪਰ ਨਜ਼ਰ ਹੀ ਆਉਂਦੀ ਹੈ ਗੁਰਮੁਖਾਂ ਨੂੰ। ਗੁਰਮੁਖੀ ਆਖੈ ਗੁਰਮੁਖੀ ਬੂਝੈ, ਗੁਰਮੁਖੀ ਇੱਕੋ ਜਾਣੈ। ਮਨਮੁਖਾਂ ਨੂੰ ਨਹੀਂ ਇਹ ਦੀਂਦੀ ਹੈ ਚਲਦੀ। ਕਿਉਂ ਨਹੀਂ ਦੀਂਦੀ? ਬਿਨ ਨਾਮ ਹੈ, ਨਾਮ ਨਾਲ ਨਹੀਂ ਜੁੜੇ, ਹੁਕਮ ਨਾਲ ਜੁੜੇ ਹੋਏ ਨਹੀਂ ਹੈ ਮਨਮੁਖ। ਬਿਨ ਨਾਮ ਹੈ ਜਗ ਕਬਲਾ ਫਿਰੇ, ਜਗ ਤਾਂ ਸਾਰਾ ਕਬਲਾ ਹੋਇਆ। ਗੁਰਮੁਖ ਨਜ਼ਰੀ ਆਇਆ, ਗੁਰਮੁਖ ਨਜ਼ਰੀ ਆਇਆ। ਗੁਰੂ ਨੂੰ ਸੱਚ ਪਛਾਣ ਲਿਆ, ਹੁਕਮ ਪਛਾਣ ਲਿਆ। ਮਨਮੁਖਾਂ ਨੂੰ ਪਤਾ ਨਹੀਂ ਹੈ। ਮਨਮੁਖਾਂ ਨੂੰ ਲੱਗਦਾ ਬਾਦਲ ਦਾ ਹੁਕਮ ਚੱਲਦਾ, ਗੁਰਮੁਖ ਨੂੰ ਪਤਾ ਬਾਦਲ ਤਾਂ ਆਪ ਕਿਸੇ ਦੇ ਹੁਕਮ 'ਚ ਹੈ। ਮਨਮੁਖਾਂ ਨੂੰ ਚੱਲਦਾ ਮਨਮੋਹਨ ਸਿੰਘ ਦਾ ਰਾਜ ਚੱਲਦਾ, ਮਨਮੁਖਾਂ ਨੂੰ ਲੱਗਦਾ ਓਬਾਮਾ ਦਾ ਰਾਜ ਚੱਲਦਾ, ਹੁਕਮ ਚੱਲਦਾ। ਅਸਲ ਦੇ ਵਿੱਚ ਸਾਰਿਆਂ ਤੇ ਹੁਕਮ ਪਰਮੇਸ਼ਰ ਦਾ ਚੱਲਦਾ, ਬਾਕੀ ਸਭ ਭੁਲੇਖਾ। ਸੰਸਾਰ ਨੂੰ ਭੁਲੇਖਾ ਇਸ ਗੱਲ ਦਾ। ਬਿਨ ਨਾਮ ਹੈ ਜੱਗ ਕਮਲਾ ਫਿਰੈ। ਉਸ ਵੇਲੇ ਨਾਨਕ ਕਹਿੰਦਾ ਸਾਰਾ ਜੱਗ ਕਮਲ ਹੈ। ਉਹਦੇ ਵਿੱਚ ਤਾਂ ਸਾਰੇ ਨਾਮ ਜਪਣ ਵਾਲੇ ਵੀ ਸੀ, ਸੰਤ ਵੀ ਸੀਗੇ। ਫਿਰ ਜੱਗ ਜਦੋਂ ਜੱਗ ਦੇ ਵਿੱਚ ਸਾਰੇ ਹੀ ਆ ਗਏ। ਇਹ ਸਾਰੇ ਧਰਮ ਜਿਹੜੇ ਅੱਜ ਪ੍ਰਚਾਰ ਹੁੰਦੇ ਨੇ ਸਾਰੇ ਉਦੋਂ ਸੀਗੇ। ਉਸੇ ਹੀ ਜੜਾ ਫੁੱਟੀਆਂ ਹੋਈਆਂ ਨੇ। ਫਿਰ ਦੁਬਾਰਾ ਸੁੱਕੇ ਬੂਟੇ ਹੀ ਹਰੇ ਹੋਏ ਨੇ। ਸਿਆਲ 'ਚ ਪਾਲਾ ਮਾਰ ਜਾਂਦਾ, ਹੁਣ ਫੁੱਟੇ ਆਉਣਗੇ ਪੱਤੇ। ਜਾਂ ਸੱਚ ਦਾ ਪ੍ਰਚਾਰ ਘਟ ਜਾਂਦਾ, ਫਿਰ ਫੁੱਟੇ ਆਉਂਦੇ ਨੇ ਪੱਤੇ। ਉਹ ਕਹਿੰਦਾ ਗੁਰਬਾਣੀ ਦੱਸਦੀ ਹੈ ਜਗ ਕਮਲਾ ਫਿਰੇ, ਗੁਰਮੁਖ ਨਜ਼ਰੀ ਆਇਆ। ਗੁਰਮੁਖ ਆਪ ਹੀ ਹੈ ਨਾਨਕ। ਨਾਨਕ ਗੁਰੂ ਨਹੀਂ ਕਹਿੰਦਾ ਆਪਣੇ ਆਪ ਨੂੰ, ਗੁਰਮੁਖ ਕਹਿੰਦੇ। ਜਿਹੜਾ ਵੀ ਜਦੋਂ ਗੁਰਮੁਖ ਕਿਤੇ ਹੁੰਦਾ, ਪਹਿਲਾਂ ਭਗਤ ਗੁਰਮੁਖ ਸੀ, ਉਹਨੂੰ ਨਜ਼ਰੀ ਆ ਗਿਆ। ਜਿਹੜਾ ਹੁਣ ਗੁਰਮੁਖ ਉਹਨੂੰ ਗੁਰਮੁਖ ਇੱਕ ਸਟੈਂਡਰਡ ਦਾ ਲਫ਼ਜ਼ ਹੈ। ਗੁਰਮੁਖਾਂ ਨੂੰ ਦੱਸਿਆ ਹੈ, ਬਾਕੀ ਕਿਸੇ ਨੂੰ ਦੱਸਿਆ ਹੀ ਨਹੀਂ। ਸਾਰੀਆਂ ਮੱਤਾਂ ਸੱਚ ਨੂੰ ਨਹੀਂ ਪਛਾਣ ਸਕਦੀਆਂ। ਸੱਚ ਨੂੰ ਪਛਾਣਨ ਵਾਲਾ ਗੁਰਮੁਖ ਹੁੰਦਾ ਹੈ। ਸੱਚ ਨੂੰ ਪਛਾਣਨ ਵਾਲੇ ਦਾ ਨਾਮ ਗੁਰਮੁਖ ਹੈ। ਵਿਦਵਾਨ ਦਾ ਤਾਂ ਜ਼ਿਕਰ ਹੀ ਨਹੀਂ ਹੈ ਬਾਣੀ 'ਚ ਕਿਤੇ। ਵਿਦਵਾਨ ਨਾ ਪਛਾਣੇ ਨਾ ਪਛਾਣਨ ਦਵੇ। ਵਿਦਵਾਨ ਤਾਂ ਆਪਣੇ ਕਾਨੂੰਨ ਕਢਾ ਕੇ ਆਪਣੇ ਕਾਨੂੰਨ ਚਲਾਉਂਦੇ ਹੁੰਦੇ ਨੇ, ਆਪਣਾ ਹੁਕਮ ਚਲਵਾਉਂਦੇ ਹੁੰਦੇ ਨੇ। ਸਾਰੇ ਵਿਦਵਾਨ ਇਹ ਕਾਨੂੰਨ ਬਣਾ ਕੇ ਹੁਕਮ ਬਣਾ ਕੇ ਚਾਲੂ ਕਰਦੇ ਨੇ ਸੰਸਾਰ 'ਚ। ਇਹ ਸਾਰੇ ਵਿਦਵਾਨ ਕਮਲਿਆਂ ਦੀ ਸ਼੍ਰੇਣੀ 'ਚ ਨੇ ਆਉਂਦੇ। ਇਹ ਕਮਲੇ ਨੇ ਸਾਰੇ। ਹਾਕਮ ਵੀ ਕਮਲੇ, ਵਿਦਵਾਨ ਵੀ ਕਮਲੇ। ਜੱਗ ਸਾਰਾ ਕਮਲਾ ਹੈ। ਬਾਕੀ ਵਿਚਾਰੇ ਲੋਕ ਤਾਂ ਕਮਲੇ ਹੋਣਗੇ। ਜੇ ਪਾਲੀ ਕਮਲਾ ਹੈ ਤਾਂ ਪਸ਼ੂ ਫਿਰ ਕਮਲੇ ਕਿਉਂ ਨਹੀਂ ਹੋਣਗੇ? ਜਿੱਧਰ ਨੂੰ ਲੈ ਜੂ ਡਾਂਗ ਨਾਲ ਉਧਰ ਹੀ ਚਲੇ ਜਾਣਾ ਉਹਨਾਂ ਨੇ। ਆਪਣੀ ਮਰਜ਼ੀ ਨਾਲ ਜਾ ਨਹੀਂ ਸਕਦੇ। ਜੋ ਕੁਝ ਜਿੱਧਰ ਏਰੀਏ 'ਚ ਜਾ ਕੇ ਉਹਨੂੰ ਚਰਾ ਰਿਹਾ ਉੱਥੇ ਚਰਦੇ ਨੇ। ਪਰਲੇ ਪਾਸੇ ਨਹੀਂ ਜਾਣ ਦਿੰਦਾ ਯਮਨਾ ਤੇ ਉਹ। ਕਬੂ ਨਾ ਪਾਰ ਉਤਾਰ ਚਰਾਵਤ ਕੈਸੇ ਖਸਮ ਹਮਾਰੇ। ਉਹ ਤਾਂ ਉਹੀ ਹੈ ਪਾਲੀ। ਜਦ ਉਹਨੂੰ ਮੰਨਦਾ ਨਾ, ਉਹਦੇ ਪਾਣੀ ਤਾਂ ਪਾਰ ਦਾ ਨਾ ਪਾਰ ਹੈ। ਉਰਲੇ ਪਾਸੇ ਤਾਂ ਸਭ ਮਾਇਆ ਦੇ ਨੇ ਰਸ। ਮਾਇਆ ਦੇ ਰਸ ਚੁੱਕਦੇ ਨੇ।
ਉਹੀ ਵਿਦਵਾਨ ਚੁੱਕਦੇ ਨੇ, ਉਹੀ ਰਾਜੇ ਚੁੱਕਦੇ ਨੇ, ਉਹੀ ਸੀ ਮੁਕੱਦਮ ਕੁੱਤੇ ਚੁੱਕਦੇ ਨੇ, ਉਹੀ ਸੰਸਾਰ ਚੁੱਕਦਾ। ਤਾਂ ਗੁਰਮੁਖ ਹੈ ਬਾਗੀ ਕਰਦਾ ਜਿਹੜਾ ਕਿਸੇ ਨੂੰ ਤਾਂ ਹੀ ਦਾ ਬਗਾਵਤ ਕਹਿੰਦੇ ਨੇ ਕਰਦਾ, ਸਾਡੇ ਖਿਲਾਫ ਬੋਲਦਾ। ਇਹ ਪਾਰ ਵਾਲੇ ਰਸ ਦੀ ਗੱਲ ਕਰਦਾ, ਇਹ ਕਮਲੇ ਨੇ ਸਾਰੇ। ਹੁਣ ਨਾਨਕ ਦਾ ਕਹਿ ਰਿਹਾ ਬਿਨ ਨਾਮੇ ਜਗ ਕਮਲਾ। ਫਿਰ ਨਾ ਤਾਂ ਵਿਦਵਾਨਾਂ ਨੂੰ ਕਿੱਥੇ ਹਜਮਾਊਗੇ ਗੱਲ, ਰਾਜਾ ਨੂੰ ਕਿੱਥੇ ਆਊਗਾ, ਮੁਕੱਦਮਾ ਨੂੰ ਕਿੱਥੋਂ ਹਜਮੇਗਾ। ਜਾਂ ਤਾਂ ਨਾਨਕ ਕਮਲਾ ਆ, ਫਿਰ ਉਹ ਕਮਲੇ ਨੇ। ਕੀ ਇਹਨਾਂ ਭਗਤੀਆਂ ਨੂੰ ਗੁਰਬਾਣੀ ਚੋਂ ਕੱਢ ਦੋਗੇ ਤੁਸੀਂ? ਜੇ ਇਹ ਬਾਣੀ ਸੱਚੀ ਹੈ ਤਾਂ ਅਸੀਂ ਸਾਰੇ ਕਮਲੇ ਹੀ ਹਾਂ। ਤਾਂ ਸਾਰੇ ਸਿੱਖ ਇਸ ਵੇਲੇ ਕਮਲੇ ਹੀ ਨੇ। ਜਾਂ ਫਿਰ ਬਾਣੀ ਝੂਠੀ ਮੰਨ ਲਓ। ਜੇ ਤੁਸੀਂ ਕਮਲੇ ਨਹੀਂ ਤਾਂ ਬਾਣੀ ਝੂਠੀ ਹੈ। ਜੇ ਗੁਰਬਾਣੀ ਸੱਚੀ ਹੈ ਅਸੀਂ ਕਮਲੇ ਹਾਂ, ਜੇ ਅਸੀਂ ਸੱਚੇ ਹਾਂ ਤਾਂ ਗੁਰਬਾਣੀ ਝੂਠੀ ਹੈ। ਇੱਥੇ ਤੋੜ ਲਓ ਪੰਜਾਲੀ, ਕਿੱਧਰ ਨੂੰ ਤੋੜਨੀ? ਇਹ ਤਾਂ ਸੰਸਾਰ ਨੂੰ ਕਹਿ ਦਿਓ ਗੁਰਬਾਣੀ ਝੂਠੀ ਹੈ ਭਾਈ, ਅਸੀਂ ਨਹੀਂ ਮੰਨਦੇ ਸੱਚੀ ਇਹਨੂੰ। ਜੇ ਗੁਰਬਾਣੀ ਸੱਚੀ ਹੈ ਮੰਨ ਲਓ ਵੀ ਅਸੀਂ ਕਮਲੇ ਹਾਂ। ਸਿੱਖ ਸਾਰੇ ਵਿਦਵਾਨ ਮੰਨ ਲੈਣ ਅਸੀਂ ਕਮਲੇ ਹਾਂ। ਇੱਥੇ ਮੋੜ ਆ ਗਿਆ ਹੁਣ, ਚਾਹੇ ਇੱਧਰ ਹੋ ਜਾਓ ਚਾਹੇ ਇੱਧਰ ਹੋ ਜਾਓ। ਜੇ ਗੁਰਬਾਣੀ ਸੱਚੀ ਹੈ ਤਾਂ ਜਿਹੜੇ ਸੱਚੀ ਮੰਨਦੇ ਨੇ ਉਹਨਾਂ ਨੂੰ ਗੁਰਬਾਣੀ ਦਾ ਲੜ ਫੜਨਾ ਪਊਗਾ। ਜਿਨ੍ਹਾਂ ਨੇ ਨਹੀਂ ਫੜਨਾ ਉਹ ਸਿੱਖੀ ਤੋਂ ਖਾਰਜ ਨੇ। ਉਹ ਵੀ ਲੜਾਈ ਸੀ ਅਨੰਦਪੁਰ ਸਾਹਿਬ, ਜਿਹੜੇ ਸਿੱਖੀ ਛੱਡ ਗਏ ਸੀ। ਉਹ ਵੀ ਗੁਰੂ ਦੇ ਨਾਲ ਨਹੀਂ ਸੀ ਖੜਦੇ, ਮਰਜ਼ੀ ਗੁਰੂ ਨੇ ਕਰਨੀ ਤੇ ਗੁਰੂ ਨੇ ਵੀ ਤਾਂ ਛੱਡੇ ਦਿੱਤਾ ਬਾਅਦ ਦੇ ਵਿੱਚ ਅਨੰਦਪੁਰ ਸਾਹਿਬ। ਪਰ ਉਹ ਆਪਣੀ ਮਰਜ਼ੀ ਨਾਲ ਛਡਾਉਂਦੇ ਸੀ, ਸਿਰਫ ਮਰਜ਼ੀ ਦੀ ਗੱਲ ਸੀ। ਇਹ ਨਹੀਂ ਹੋ ਸਕਦਾ। ਸਿੱਖ ਦੀ ਮਰਜ਼ੀ ਗੁਰੂ ਮੰਨ ਲਵੇ, ਗੁਰੂ ਰਹਿੰਦਾ ਹੀ ਨਹੀਂ ਹੁੰਦਾ। ਸਿੱਖ ਦੇ ਦਿਮਾਗ 'ਚ ਕਿਉਂ ਗੱਲ ਆਈ ਮੈਂ ਆਪਣੀ ਮਰਜ਼ੀ ਨਾਲ ਗੁਰੂ ਨੂੰ ਚਲਾਵਾਂ? ਅਸੀਂ ਮਰਜ਼ੀ ਨਾਲ ਗੁਰਦੁਆਰੇ ਚਲਾ ਰਹੇ ਹਾਂ। ਗੁਰਦੁਆਰੇ ਗੁਰਬਾਣੀ ਅਨੁਸਾਰ ਚੱਲਣੇ ਚਾਹੀਦੇ ਨੇ। ਗੁਰੂ ਦਾ ਘਰ ਹੈ, ਗੁਰੂ ਦਾ ਘਰ ਗੁਰੂ ਦੀ ਮਰਜ਼ੀ ਨਾਲ ਚੱਲੂਗਾ। ਆਪਣੇ ਘਰ ਅਸੀਂ ਆਪਣੀ ਮਰਜ਼ੀ ਨਾਲ ਚਲਾਉਂਦੇ, ਅਸੀਂ ਗੁਰੂ ਦਾ ਘਰ ਵੀ ਆਪਣੀ ਮਰਜ਼ੀ ਨਾਲ ਚਲਾਉਂਦੇ। ਕੀ ਰਾਈਟ ਆ ਸਾਨੂੰ? ਸਿੱਖੀ ਦਾ ਕੀ? ਅਸੀਂ ਸਿੱਖ ਕਿੱਥੋਂ ਦੇ ਰਹਿ ਗਏ? ਕਿਹੜੇ ਪੱਖ ਤੋਂ ਅਸੀਂ ਸਿੱਖ ਰਹਿ ਗਏ? ਸਭ ਦੁਨੀਆ ਜਾਣਦੀ ਹੈ, ਬੋਲੇ ਕੌਣ? ਦੂਜੇ ਤਾਂ ਨਹੀਂ ਕਹਿੰਦੇ। ਇਹ ਅਗਲਾ ਸਾਡੇ ਧਰਮ ਨੂੰ ਐ ਕਹਿੰਦਾ ਕਿ ਰੌਲਾ ਪੈ ਜਾਊਗਾ। ਤਾਂ ਘਰ ਦਾ ਹੀ ਕਹੂ ਕੋਈ, ਘਰ ਦਾ ਹੀ ਕਹਿੰਦੇ ਹੁੰਦੇ ਨੇ। ਨਾਨਕ ਘਰ ਦਾ ਹੀ ਸੀ ਜਿਹਨੇ ਉੱਠ ਕੇ ਕਿਹਾ। ਭਗਤ ਘਰੇ ਪੈਦਾ ਹੋਏ ਹਿੰਦੂਆਂ ਨੇ, ਬਗਾਵਤ ਕੀਤੀ। ਸਮਾਂ ਬਗਾਵਤ ਦਾ, ਝੂਠ ਦੇ ਖਿਲਾਫ ਬਗਾਵਤ ਕਰਨੀ ਪਊਗੀ। ਬਗਾਵਤ ਹੈ ਸਿੱਧੀ। ਕਿਆ ਬੈਠ ਲੈਣ, ਬੈਠ ਕੇ ਟੈਲੀਵਿਜ਼ਨ ਤੇ ਜਿੱਥੇ ਮਰਜ਼ੀ ਬੈਠ ਕੇ ਵਿਚਾਰ ਕਰਨ ਇਸ ਗੱਲ ਦਾ ਵੀ ਇਹ ਗੱਲ ਗਲਤ ਹੈ, ਠੀਕ ਹੈ। ਇਹ ਹੁਣ ਨਹੀਂ ਚੱਲਣੀ ਹੈ ਗੱਲ। ਜਿਹਨਾਂ ਨੂੰ ਪਤਾ ਲੱਗੂ, ਦੁਨੀਆ ਨੂੰ ਨਹੀਂ ਪਤਾ ਲੱਗੂ, ਅੱਗ ਭੜਕੂਗੀ। ਪੈਟਰੋਲ ਬਹੁਤ ਤਿਆਰ ਹੈ, ਥੋਂ ਪਈਆ ਭਰੇ ਪੜਾ, ਅੱਗ ਪਊਗੀ ਸਭ ਨੂੰ। ਅੱਗ ਨਹੀਂ ਸੀ, ਬਰੂਦ ਬਥੇਰਾ। ਬਰੂਦ ਥੋਂ ਪਿਆ, ਅੱਗ ਹੈ ਨਹੀਂ ਸੀ। ਚੰਗਿਆੜੀ ਇੱਕ ਜਗ੍ਹਾ ਲੱਗਦੀ ਹੁੰਦੀ ਹੈ, ਬਾਕੀ ਸਾਰਾ ਹੀ ਓਪਰੇਸ਼ਨ ਸਾਰਾ ਆਪੇ ਵਿਸਫੋਟ ਹੋ ਜਾਂਦਾ ਹੁੰਦਾ। ਓਪਰੇਸ਼ਨ ਡਿਪੂ 'ਚ ਇੱਕ ਚੀਜ਼ ਚੱਲ ਜੇ, ਬਾਕੀ ਆਪੇ ਚੱਲ ਜਾਂਦੇ ਹੁੰਦੇ। ਬ੍ਰਹਮਾ ਗੱਲ ਹੋਣੀ ਚਾਹੀਦੀ ਹੈ। ਇੱਕ ਜਗ੍ਹਾ ਬ੍ਰਹਮਾ ਗੱਲ ਲੱਗੀ ਹੋਈ, ਜਿੰਨਾ ਦਿਵਾਲੀ ਦਾ ਪਿਆ ਹੁੰਦਾ ਨਾ ਸਮਾਨ, ਸਾਰਾ ਆਪੇ ਚੱਲ ਜਾਂਦਾ, ਰੋਸ਼ਨੀ ਆਪੇ ਕਰ ਦਿੰਦਾ। ਰਾਰੈ ਰਵ ਰਹਿਆ ਸਭ ਅੰਤਰ, ਜੇਤੇ ਕੀਏ ਜਨਤਾ। ਸਾਰਿਆਂ ਦੇ ਅੰਦਰ ਰਵ ਰਿਹਾ ਉਹ, ਜਿਹਨੇ ਜੰਤ ਕੀਤੇ ਨੇ। ਕੌਣ ਰਵ ਰਿਹਾ? ਜੋਤ ਰਵ ਰਹੀ ਹੈ, ਜੋਤ।
रब और रब दो लफ्ज अड्डो अड्ड ने। रबना ਹੁੰਦਾ चिबड़ना किसी ਨੂੰ, चिबड़ जाना। जद छड्डदा ते झटका पैंदा है। इस तरीके ਨਾਲ ਜੁੜਨਾ, ਉਹਦੇ ਨੂੰ ਟੁੱਟਣ ਵੇਲੇ ਝਟਕਾ ਪੈਣਾ, ਉਹਨੂੰ ਰੋਣਾ ਕਹਿੰਦੇ ਨੇ। ਮਨ ਮਾਇਆ 'ਚ ਰਮਿਆ ਹੋਇਆ, ਮਨ ਮਾਇਆ 'ਚ ਫਸਿਆ ਹੋਇਆ, ਫਦਿਆ ਹੋਇਆ। ਜਦ ਉਹਨੂੰ ਬਾਹਰ ਕੱਢਾਂਗੇ ਝਟਕਾ ਪਊਗਾ। ਮਾਇਆ ਤੋਂ ਅਲੱਗ ਹੁੰਦਾ, ਮੈਨੂੰ ਝਟਕਾ ਪੈਂਦਾ। ਉਹੀ ਜਮਕਾ ਡੰਡ ਬੂਡ ਮੇ ਲੱਗੇ ਹੈ, ਉਹ ਝਟਕਾ ਪੈਂਦਾ ਇਹਨੂੰ। ਜਾਂ ਜਾਂਦਾ ਆਪਣਾ ਜਿਹੜਾ ਮੰਨਿਆ ਹੋਇਆ ਸੀ, ਮੇਰਾ ਮੇਰਾ ਮੰਨਿਆ ਹੋਇਆ ਸੀ, ਜੋ ਜਦੋਂ ਛੱਡਣਾ ਪੈ ਗਿਆ ਮੇਰਾ ਨਹੀਂ ਸੀ। ਸਮਝ ਵੀ ਆ ਗਈ ਮੇਰਾ ਨਹੀਂ ਹੈ, ਝਟਕਾ ਤਾਂ ਪਿਆ ਨਾ। ਉਹ ਮੰਨਿਆ ਹੋਇਆ ਹੈ ਜਿਹੜਾ ਹੁੰਦਾ ਨਾ ਭਰਮ ਨਾਲ, ਉਹ ਰਵਿਆ ਨਹੀਂ ਹੋਇਆ ਹੁੰਦਾ, ਰਮਿਆ ਹੋਇਆ ਹੁੰਦਾ। ਜੇ ਰਵਿਆ ਹੋਇਆ ਹੋਵੇ ਫਿਰ ਝਟਕਾ ਨਹੀਂ ਪੈਂਦਾ। ਸੰਸਾਰ 'ਚ ਹੁਕਮ ਰਵਿਆ ਹੋਇਆ, ਰਵਿਆ ਨਹੀਂ ਹੋਇਆ। ਸਪਰਸ਼ ਨਹੀਂ ਕਰਦਾ ਹੈ ਨਾ, ਪ੍ਰਭਾਵਿਤ ਕਰਦਾ ਸੰਸਾਰ ਨੂੰ, ਪ੍ਰਭਾਵਿਤ ਕਰਦਾ, ਸਪਰਸ਼ ਨਹੀਂ ਕਰਦਾ। ਮੈਗਨੇਟ ਦੂਰੋਂ ਹੀ ਪ੍ਰਭਾਵਿਤ ਕਰਦਾ ਲੋਹੇ ਨੂੰ, ਕਰਦਾ ਨਾ ਕਰਦਾ, ਇਹ ਕਰਦਾ। ਦੂਰੋਂ ਪ੍ਰਭਾਵਿਤ ਕਰਕੇ ਨਾਲ ਲਾ ਕੇ ਆਪਣੇ ਖਿੱਚ ਕੇ ਆਪਣੇ ਰੂਪ ਬਣਾ ਲੈਂਦਾ। ਦੂਰੋਂ ਪ੍ਰਭਾਵਿਤ ਕਰਨਾ ਹੋਰ ਗੱਲ ਹੈ, ਜੁੜੇ ਤੇ ਪ੍ਰਭਾਵਿਤ ਕਰਨਾ ਹੋਰ ਗੱਲ ਹੈ। ਜੁੜੇ ਤੇ ਪ੍ਰਭਾਵਿਤ, ਮਾਇਆ ਜੁੜੇ ਤੇ ਪ੍ਰਭਾਵਿਤ ਕਰਦੀ ਹੈ। ਅੱਗ ਜਦ ਜੁੜ ਜਾਂਦੀ ਹੈ ਕਿਸੇ ਨਾਲ ਤਾਂ ਉਹ ਗਰਮ ਹੁੰਦੀ ਹੈ। ਲੋਹਾ ਭੱਠੀ 'ਚ ਪਾਉਂਦੇ ਗਰਮ ਕਰਦੇ, ਅੱਗ ਉਹ 'ਚ ਸੁਕਾ ਜਾਂਦੀ ਹੈ ਨਾ, ਨਿਕਲਦੀ ਹੌਲੀ ਹੌਲੀ ਹੈ। ਪਾਣੀ 'ਚ ਇੱਕਦਮ ਪਾਉਂਦੇ ਆ, ਪਾਣੀ ਗਰਮ ਹੋ ਜਾਂਦਾ, ਨਿਕਲ ਜਾਂਦੀ ਅੱਗ ਵੀ ਉਹਦੇ 'ਚੋਂ ਬਾਹਰ, ਪਰ ਟਾਈਮ ਲੱਗਦਾ ਉਹਨੂੰ, ਇੱਕਦਮ ਨਹੀਂ ਨਿਕਲਦੀ। ਜੋਤ ਸਰੀਰ 'ਚੋਂ ਨਿਕਲ ਜਾਂਦੀ ਹੈ, ਪਰ ਕੁਛ ਟਾਈਮ ਲੱਗਦਾ। ਦੇਖਿਆ ਤੜਫਦੇ ਦੇਖੇ ਨਾ ਬੰਦੇ, ਕਿਉਂ ਤੜਫਦੇ ਨੇ? ਹਾਂ, ਜੇ ਰਵੀ ਹੋਏ ਫਿਰ ਐ ਨਿਕਲ ਜਾਵੇ ਜਿਵੇਂ ਚਾਨਣੇ ਨੇ ਲਾਈਟ ਆਫ ਹੁੰਦੀ ਸਾਰ ਆਕਾਸ਼ 'ਚੋਂ ਨਿਕਲ ਜਾਂਦਾ। ਰਵਿਆ ਜਾਂਦਾ ਹੈ ਮਾਇਆ 'ਚ, ਰਵਿਆ ਜਾਂਦਾ ਹੈ ਆਕਾਸ਼ 'ਚ। ਰਵੀ ਸੂਰਜ ਦਾ ਨੋ ਤਾਂ ਹੈ, ਉਹ ਰੱਬ ਦਾ ਨਹੀਂ ਕਿਸੇ 'ਚ ਰੱਬ ਦਾ ਹੈ। ਸੂਰਜ ਦਾ ਨੋ ਰਵੀ ਤਾਂ ਹੈ, ਦੂਰੋਂ ਰੱਬ ਦਾ। ਪਾਣੀ ਨੂੰ ਗਰਮ ਕਰ ਦਿੰਦਾ, ਆਪ ਦੂਰ ਰਹਿੰਦਾ। ਉਹਦੀ ਹੀਟ ਰੱਬ ਦੀ, ਆਪ ਨਹੀਂ ਰੱਬਦਾ। ਉਹਦੀ ਜੋਤ ਰੱਬ ਦੀ, ਆਪ ਨਹੀਂ ਰੱਬਦਾ। ਬਸ ਅੰਦਰਲੇ ਦੀ ਜੋਤ ਹੈ ਜਿਹੜਾ ਮਨ, ਇਹ ਰੱਬ ਦਾ ਮਾਇਆ 'ਚ, ਉਹ ਆਪ ਨਹੀਂ ਰੱਬਦਾ, ਆਪ ਰਵੀ ਹੈ। ਵੇਖੇ ਬੈਠਾ ਵੱਖ ਵੇਲਾ, ਆਪ ਰੱਬ ਹੈ। ਹਿਰਦੇ ਹਿਰਦੇ ਜੋਤ ਹੈ ਉਹਦੀ, ਜਦ ਇਹਦੇ ਨਾਲ ਟੱਚ ਕਰਦੀ ਹੈ ਰੱਬ ਦੀ, ਇਹਦੇ ਤੇ ਪ੍ਰਭਾਵ ਕਰਦੀ, ਪ੍ਰਭਾਵ ਕਰਦਾ ਉੱਥੋਂ ਹੀ ਦੂਰ ਹੋਈ। ਉਹ ਰੱਬ ਰਹੋ ਸਰਵਤਰ ਮਾਇਆ, ਹਾਂ ਰੱਬ ਰਹਿਓ ਸਰਵਤਰ ਮਾਇਆ। ਉਹ ਰੱਬ ਰਿਹਾ ਮਾਇਆ ਦੇ ਵਿੱਚ, ਮਨ ਰੱਬ ਰਿਹਾ। ਰਾਰੇ ਰੱਬ ਰਹਾ ਸਭ ਅੰਤਰ, ਜੇਤੇ ਕੀਏ ਜਨਤਾ। ਉਹ ਅੰਦਰ ਵਾਲਾ ਰੱਬ ਰਿਹਾ। ਰੱਬ ਔਰ ਰੱਬ ਦੋ ਲਫ਼ਜ਼ ਅੱਡੋ ਅੱਡੀ ਨੇ, ਇੰਨਾ ਫਰਕ ਹੈ ਇਹਨਾਂ ਦੇ। ਪ੍ਰਭਾਵ ਉਹ ਵੀ ਕਰੂਗਾ, ਉਹ ਰਵੇ ਤੇ ਕਰੂਗਾ ਪ੍ਰਭਾਵ। ਸਰੀਰ ਜੋਤ ਇਹਦੇ 'ਚ ਰਵੀ ਹੋਈ ਹੈ, ਤਾਂ ਸਰੀਰ ਕੰਮ ਕਰਦਾ। ਜੋਤ ਵਿੱਚ ਉਹ ਰਵਿਆ ਹੋਇਆ, ਆਪ ਜੋਤ ਵਿੱਚ ਰਵਿਆ ਹੋਇਆ। ਜੇਤੇ ਕੀਏ ਜਾਤ ਮੈਂ ਕੀ ਹੈ? ਜਾਤ ਮੈਂ ਜੋਤ ਹੈ। ਜੋਤ ਮੈਂ ਜਾਤਾ, ਜੋਤ ਦੇ ਵਿੱਚ ਉਹ ਹੈ ਜਿਹਦੀ ਜੋਤ ਹੈ। ਧੁੱਪ ਦੇ ਦਾਇਰੇ ਦੇ ਵਿੱਚ ਕੌਣ ਹੈ? ਸੂਰਜ ਹੈ। ਜਿੰਨਾ ਚਿਰ ਧੁੱਪੀ ਨਹੀਂ ਖੜੋਗੇ ਸੂਰਜ ਦਾ ਦਰਸ਼ਨ ਨਹੀਂ ਹੋ ਸਕਦਾ। ਧੁੱਪ ਦੇ ਵਿੱਚ ਅੱਖ,
ਧੁੱਪ ਲੱਗੂਗੀ ਤਾਂ ਅੱਖ ਸੂਰਜ ਦਿਖੂਗਾ, ਵਰਨਾ ਸੂਰਜ ਨਹੀਂ ਦਿਖਦਾ। ਕਿਰਨ ਸਿੱਧੀ ਆਊਗੀ ਤਾਂ ਹੀ ਸੂਰਜ ਦਿਖੂਗਾ। ਆਹ ਸ਼ੀਸ਼ੇ 'ਚ ਦੇਖ ਲਓ, ਫਿਰ ਉਹ ਗੱਲ ਅਲੱਗ ਹੈ। ਸੂਰਜ ਇੱਧਰ ਸ਼ੀਸ਼ੇ ਦੀ ਦਾ, ਅਸੀਂ ਇੱਥੇ ਬੈਠੇ ਹਾਂ ਬਾਹਰੋਂ ਸੂਰਜ, ਉਹ ਗੱਲ ਹੋਰ ਹੈ। ਹਾਂਜੀ, ਰਾਰੇ ਰਬ ਰਿਹਾ ਸਭ ਅੰਤਰ, ਜੇਤੇ ਕੀਏ ਜਨਤਾ। ਜੇਤੇ ਕੀ ਜਨਤਾ, ਜਿਹਨੇ ਜਨਤਾ ਨੇ ਸਾਰਿਆਂ 'ਚ ਰਵ ਰਿਹਾ। ਰਾਮ ਨਹੀਂ ਰਿਹਾ ਜਨਤਾ 'ਚ, ਰਵ ਰਿਹਾ। ਜੰਤ ਉਪਾਏ ਧੰਦੇ ਹੁਣ ਸਭ ਜੇ ਲਾਏ। ਰਵ ਰਿਹਾ ਜਨਤਾ ਵਿੱਚ ਇੱਕ ਹੀ ਰਹਿ ਗਿਆ, ਦੋ ਨਹੀਂ ਰਹੇ। ਹੁਣ ਉਹਦੀ ਜੋਤ, ਉਹਦੀ ਸ਼ਕਤੀ ਰਬ ਰਹੀ ਹੈ ਤੇ ਆਪ ਰਬ ਰਿਹਾ। ਤੇ ਜਦ ਉਹ ਜਾਂਦਾ, ਉਹਨੂੰ ਲੈ ਕੇ ਜਿਹਦੀ ਜੋਤ ਹੈ, ਜੋਤ ਨਾਲੇ ਚਲੀ ਜਾਂਦੀ। ਉਹ ਹੰਸਾ ਨਾ, ਅੱਗੇ ਹੰਸ ਕੱਲਾ ਹੀ ਹੈ। ਇੱਥੇ ਰਬ ਰਿਹਾ ਤਲ ਕਿਹਾ ਹੋਇਆ, ਐ ਨਹੀਂ ਕਿਹਾ ਵੀ ਚਿੱਤ ਕਰਕੇ ਰਬ ਰਿਹਾ, ਮਨ ਕਰਕੇ ਰਬ ਰਿਹਾ। ਇਹਦੀ ਬਜਾਏ ਰਬ ਰਿਹਾ ਲਫ਼ਜ਼ ਵਰਤ ਲਿਆ। ਜਿਵੇਂ ਮੈਗਨੇਟ ਇੱਥੇ ਪਿਆ, ਉਹਦੀ ਸ਼ਕਤੀ ਜਿਹੜੀ ਹੈ, ਉਹਦਾ ਹੋਰਾ ਇੱਥੇ ਪਏ ਲੋਹੇ 'ਚ ਪ੍ਰਭਾਵ ਕਰਦਾ, ਬਿਨਾਂ ਟੱਚ ਕਰੇ ਕਰਦਾ ਨਾ ਪ੍ਰਭਾਵ। ਇਵੇਂ ਬੈਠਾ ਬੱਖ ਹੀ ਸਰੀਰ ਤੇ ਪ੍ਰਭਾਵ ਕਰ ਰਿਹਾ। ਮਨ ਉਹਦਾ ਕੀ ਹੈ? ਮਨ ਉਹਦੀ ਇੱਛਾ ਹੈ। ਉਹਦੀ ਇੱਛਾ ਨਾਲੇ ਸਰੀਰ ਦੇ ਵਿੱਚ ਤਾਕਤ ਹੈ, ਉਹਦੀ ਇੱਛਾ ਨਾਲੇ ਸਾਹ ਆਉਂਦਾ, ਉਹਦੀ ਇੱਛਾ ਨਾਲ ਹਾਰਟ ਚੱਲਦਾ। ਇੱਛਾ ਕਰਕੇ ਹੀ ਰੋ ਰਿਹਾ। ਜੰਤ ਉਪਾਏ ਧੰਦੇ ਸਭ ਲਾਏ, ਕਰਮ ਹੋਆ ਤਿਨ ਨਾਮ ਲਿਆ। ਜੰਤ ਉਪਾਏ, ਧੰਦੇ ਸਭ ਲਾਏ। ਧੰਦੇ ਸਭ ਲਾਏ। ਇੱਥੇ ਉਪਾਏ ਸ਼ਬਦ ਆਇਆ, ਕਿਤੇ ਕੀਏ ਵੀ ਆਉਂਦਾ। ਸਭ ਤੇਰੇ ਕੀਏ ਜਨਤਾ। ਜਨਤਾ। ਉਪਾਏ ਔਰ ਕੀਏ 'ਚ ਹੈ ਫਰਕ ਜ਼ਰੂਰ। ਉਪਾਏ ਜੋਤ ਦੇ ਲੈਵਲ ਤੇ ਆਉਂਦਾ ਹੈ, ਕੀਏ ਮੈਟਰ ਦੇ ਸੈਂਸ ਵਿੱਚ ਆਉਂਦਾ। ਸਰੀਰ ਕੀਤੀ ਹੋਈ ਚੀਜ਼ ਹੈ, ਕਿਰਤ ਹੈ। ਮਨ ਕੀਤੀ ਹੋਈ ਚੀਜ਼ ਨਹੀਂ, ਉਹ ਤਾਂ ਆਲਰੇਡੀ ਹੈ। ਗੁਪਤ ਪ੍ਰਗਟੇ ਹੁੰਦਾ ਮਨ, ਉਪਾਇਆ ਹੀ ਹੈ। ਇਹ ਉਪਾਇਆ ਹੀ ਹੈ, ਉੱਪਰ ਆ ਗਿਆ। ਉਪਾਇਆ ਮਤਲਬ ਮੱਖਣ ਉੱਪਰ ਆ ਗਿਆ ਨਾ, ਸੀ ਵਿੱਚ ਸੀ ਵਿੱਚ ਦੁੱਧ ਵਿੱਚ ਹੀ ਸੀ ਦਹੀਂ। ਮਨ ਉੱਪਰ ਆ ਗਿਆ, ਬਾਹਰ ਆ ਗਿਆ ਨਾ। ਮਨ ਗੁਪਤ ਤੋਂ ਪ੍ਰਗਟ ਹੋ ਗਿਆ। ਉਹ ਹੀ ਕਹਿ ਗੁਪਤ ਪ੍ਰਗਟ ਹੋਏ ਵੈਸਾ ਲੋਕ ਰੱਖੇ। ਇੱਛਾਵਾਂ ਸੀ ਅੰਦਰ, ਬਾਹਰ ਪ੍ਰਗਟ ਕਰ ਲਈ। ਬਾਹਰ ਪ੍ਰਗਟ ਹੋਈਆਂ, ਮਨ ਬਾਹਰ ਪ੍ਰਗਟ ਹੋ ਗਿਆ। ਜਿੰਨਾ ਚਿਰ ਇੱਛਾਵਾਂ ਅੰਦਰ ਨੇ, ਮਨ ਅੰਦਰ ਹੈ ਬਸ। ਜੇ ਇੱਛਾਵਾਂ ਨਾ ਪ੍ਰਗਟ ਹੋਣ, ਮਨ ਗੁਪਤ ਹੋ ਜਾਂਦਾ, ਅੰਦਰ ਲੁਕ ਜਾਂਦਾ। ਇਹ ਮਨ ਸੁਣਨ ਦਾ ਲੁਕਾ ਹੈ। ਸੁਣ ਜ਼ਿਆਦਾ ਜਾਏ, ਕੋਈ ਇੱਛਾ ਨਹੀਂ ਸੁਣਨਾ, ਫਿਰ ਲੁਕਿਆ ਹੋਇਆ। ਜਦ ਇੱਛਾਵਾਂ ਪ੍ਰਗਟ ਹੁੰਦੀਆਂ ਨੇ, ਫਿਰ ਬਾਹਰ ਆ ਜਾਂਦਾ। ਇੱਛਾ ਤਾਂ ਬਾਹਰ ਹੀ ਨੇ। ਜੇ ਨਾਮ ਦੀ ਇੱਛਾ ਪ੍ਰਗਟ ਹੁੰਦੀ ਹੈ, ਫਿਰ ਨਹੀਂ ਬਾਹਰ ਹੁੰਦਾ, ਕਿਉਂਕਿ ਨਾਮ ਅੰਦਰੋਂ ਮਿਲਣਾ। ਫਿਰ ਗੁਪਤ ਹੈ ਮਨ। ਮਾਇਆ ਦੇ ਇੱਛਾ ਨਾਲ ਬਾਹਰ ਪ੍ਰਗਟ ਹੈ ਮਨ। ਜੇ ਨਾਮ ਦੀ ਇੱਛਾ ਪੈਦਾ ਹੁੰਦੀ ਹੈ, ਫਿਰ ਮਨ ਪ੍ਰਗਟ ਨਹੀਂ ਹੈ ਬਿਲਕੁਲ, ਕਿਉਂਕਿ ਇੱਛਾ ਅੰਦਰੋਂ ਪੈਦਾ ਹੋਣੀ ਜਦੋਂ ਪੂਰੀ ਅੰਦਰੋਂ ਹੀ ਹੋਣੀ। ਫਿਰ ਅੰਦਰ ਹੀ ਰਹਿਣਾ ਪੈਂਦਾ ਇਹਨੂੰ, ਬਿੜਲੇ ਅੰਦਰ ਹੋਇਆ। ਤਾਂ ਬਾਹਰ ਵਾਲੀਆਂ ਇੱਛਾਵਾਂ ਦੀਆਂ ਪੂਰਤੀ ਵਾਸਤੇ ਬਾਹਰ ਆਉਣਾ ਪੈਂਦਾ। ਜੰਤ ਉਪਾਏ ਧੰਦੇ ਸਭ ਲਾਏ। ਜੰਤੋਂ ਪਾਏ ਧੰਦੇ ਸਭ ਲਾਏ। ਜੰਤੋਂ ਪਾ ਕੇ ਧੰਦੇ ਪੈਦਾ ਕੀਤੇ ਨੇ। ਜਨਤਾ ਦਾ ਮਨ ਬਾਹਰ ਕਰਕੇ ਧੰਦੇ ਤੇ ਲਾਏ ਹੋਏ। ਕਰਮ ਹੋਆ ਤਿਨ ਨਾਮ ਲਿਆ। ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ, ਕਰਮ ਹੋਇਆ। ਜਿਨ੍ਹਾਂ ਨੇ ਕਰਮ ਸੁਕਰਮ ਕੀਤੇ ਨੇ, ਉਹਨਾਂ ਨੂੰ ਨਾਮ ਮਿਲ ਜਾਂਦਾ, ਉਹਨਾਂ ਨੇ ਨਾਮ ਲੈ ਲਿਆ। ਜਿਨ੍ਹਾਂ ਨੇ ਉਹ ਕੰਮ ਕੀਤਾ ਜਿਹੜਾ ਕਰਨ ਆਏ ਸੀ, ਜਿਨ੍ਹਾਂ ਦਾ ਕਰਮ ਹੋ ਗਿਆ, ਕੰਮ ਹੋ ਗਿਆ, ਕਰਮ ਹੋਆ। ਜਿਨ੍ਹਾਂ ਨੇ ਆਪਣਾ ਕੰਮ ਕਰ ਲਿਆ, ਜਿਹੜੇ ਕੰਮ ਆਏ ਸੀ, ਤੈਨੂੰ ਨਾਮ ਲਿਆ, ਉਹਨਾਂ ਨੇ ਨਾਮ ਲੈ ਲਿਆ, ਉਹਨੂੰ ਨਾਮ ਮਿਲ ਗਿਆ।
ਪੂਰਨ ਕਰਮ ਹੋਏ ਪ੍ਰਭ ਮੇਰਾ ਤੇਰਾ ਨਹੀਂ ਹੈ ਕਰਮ, ਮੇਰਾ ਹੈ। ਕਰਮ ਦਾ ਮਤਲਬ ਇੱਥੇ ਹੈ ਜਿਹੜਾ ਕੰਮ ਕਰਨ ਆਇਆ ਸੀ। ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ ਮੇਰਾ ਕਰਮ ਜੋ ਮੈਂ ਕਰਨਾ ਸੀ ਮੈਂ ਕਰ ਲਿਆ ਆਪਣੇ ਹੱਥੀਂ, ਆਪਣਾ ਆਪੇ ਹੀ ਕਾਜ। ਇਹ ਮਤਲਬ ਹੈ ਜਿਹਨੇ ਆਪਣਾ ਕਾਜ ਸਵਾਰ ਲਿਆ ਨਾ ਉਹਨੂੰ ਨਾਮ ਮਿਲ ਜਾਂਦਾ। ਕਾਜ ਕੀ ਸਵਾਰਨ ਦਾ ਮਨ ਸਮਝਾਉਣਾ ਸੀਗਾ। ਮਨ ਸਮਝਾਉਣ ਕਾਰਨ ਕਛੂ ਪੜੀਏ ਗਿਆਨ ਇਹ ਕਾਜ ਵਿਗੜਿਆ ਤਾਂ ਮਨ ਸਮਝਾ ਲਿਆ, ਮਾਇਆ ਛੁੱਟ ਗਈ, ਫਿਰ ਨਾਮ ਮਿਲਦਾ ਉਹ ਤੇ ਕਾਜ। ਲੱਲੇ ਲਾਏ ਧੰਦੇ ਜਿਨ ਛੋਡੀ, ਮਿੱਠਾ ਮਾਇਆ ਮੋਹ ਕੀਆ। ਲੱਲੇ ਲਾਏ ਧੰਦੇ ਜਿਨ ਛੋਡੀ, ਧੰਦੇ ਲਾ ਕੇ ਇਹਦੀ ਡੋਰ ਛੱਡਤੀ ਸੁਰਤ ਦੀ, ਅੰਦਰੋਂ ਸਾਥ ਆਪ ਲੈ ਰਿਹਾ, ਬਾਹਰ ਧੰਦੇ ਆਤਮਾ ਲੱਗੀ ਹੋਈ ਹੈ, ਬਾਹਰ ਮਿੱਠਾ ਮਾਇਆ ਮੋਹ ਕੀਆ। ਛੱਡਤੀ ਇੰਡੀਪੈਂਡੈਂਟ ਹੈ ਤੂੰ, ਆਪਣਾ ਕਾਲ ਸਵਾਰ, ਇੰਨਾ ਟਾਈਮ ਹੈ, ਚਾਹੇ ਵਿਗਾੜ ਚਾਹੇ ਸਵਾਰ, ਜੋ ਤੇਰੀ ਮਰਜ਼ੀ ਕਰ। ਇੰਡੀਪੈਂਡੈਂਟ ਹੈ ਆਪਣੀ ਮਰਜ਼ੀ ਕਰ ਦੂ, ਸਿਰਫ ਕਾਹਦੇ ਵਾਸਤੇ? ਆਪਣਾ ਕੰਮ ਸਵਾਰਨ ਵਾਸਤੇ, ਜਾਨਾ ਸਵਾਰਨ ਵਾਸਤੇ। ਮਾਇਆ 'ਚ ਨਹੀਂ ਦਖਲ ਦੇ ਸਕਦਾ। ਇੰਡੀਪੈਂਡੈਂਟ ਦਾ ਮਤਲਬ ਇਹ ਨਹੀਂ ਹੈ ਵੀ ਛੋਡੀ ਦਾ ਅਰਥ ਬਈ ਦੁਨੀਆ ਦਾ ਹਿੱਸਾ ਇਕੱਠਾ ਕਰਕੇ ਆਪ ਮੈਂ ਖਾ ਜਾ, ਮੈਂ ਇਕੱਠਾ ਕਰ ਲਾਂ ਸਾਰਿਆਂ ਦਾ। ਸਰੀਰ ਨੂੰ ਜਿਹੜੀਆਂ ਲੋੜਾਂ ਨੇ ਇਹਦੇ ਵਿੱਚ ਇਹਦਾ ਕੋਈ ਦਖਲ ਨਹੀਂ। ਆਤਮਾ ਦੀ ਲੋੜ ਦਾ ਇਹਦੇ ਤੇ ਸਾਰਾ ਖੁਰਾਕ ਦਾ, ਖਾਵੇ ਜ਼ਹਿਰ ਖਾ ਲਵੇ ਚਾਹੇ ਅੰਮ੍ਰਿਤ ਪੀ ਲਵੇ, ਬਿਕ ਖਾ ਲਵੇ ਚਾਹੇ ਅੰਮ੍ਰਿਤ ਖਾ ਲਵੇ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਹੀ ਖਾਏ। ਇੱਥੇ ਇੰਡੀਪੈਂਡੈਂਟ ਹੈ। ਸਰੀਰ ਵਾਲੀ ਖੁਰਾਕ ਕੋਈ ਇੰਡੀਪੈਂਡੈਂਟ ਨਹੀਂ, ਨਾ ਸਰੀਰ ਇਹਦਾ ਨਾ ਸਰੀਰ ਵਾਲੀ ਖੁਰਾਕ ਇਹਦੀ ਹੈ, ਨਾ ਪੈਦਾ ਇਹ ਕਰ ਸਕਦਾ, ਨਾ ਬਹੁਤ ਸਮੇਂ ਦੇ ਬਸ 'ਚ ਨੇ, ਇਹਦੇ ਬਸ 'ਚ ਕੁਛ ਨਹੀਂ। ਕੁਦਰਤ ਇਹਦੇ ਬਸ 'ਚ ਨਹੀਂ, ਕੁਦਰਤ ਕਦਰ ਦੀ ਹੈ। ਇਹਦੇ ਅੰਦਰ ਆਤਮਾ ਹੈ, ਅੰਦਰ ਇਹਦੇ ਸਤਿਗੁਰ ਭੇਜੇ ਬੈਠਾ ਹੈ, ਉਹ ਇਹ ਤੋਂ ਚਾਹੁੰਦਾ ਇਹਨੂੰ ਗਿਆਨ ਦੇਣਾ, ਕੰਨਾਂ ਤੇ ਅੱਖਾਂ ਤੇ ਜੋ ਵੀ ਹੈ ਸਮਝਾਉਣਾ ਕੁਝ। ਜਿਹਨੇ ਸਮਝਣਾ ਸਮਝ ਲਵੇ, ਨਹੀਂ ਸਮਝਣਾ ਨਾ ਸਮਝੇ, ਇੰਨਾ ਹੀ ਕੰਮ ਹੈ। ਇੱਥੇ ਕੁਛ ਸਮਝਣ ਆਇਆ ਹੈ, ਲਾਹਾ ਲੈਣ ਆਇਆ ਹੈ। ਸਕੂਲ ਕਾਲਜਾਂ 'ਚ ਕੀ ਕਰਨ ਜਾਂਦੇ ਨੇ? ਪੈਸੇ ਕਮਾਉਣ ਜਾਂਦੇ ਨੇ, ਪੈਸੇ ਕਮਾਉਣ ਨਹੀਂ ਜਾਂਦੇ, ਪੈਸੇ ਖਰਚ ਕਰ ਜਾਂਦੇ ਨੇ। ਸਕੂਲ ਕਾਲਜਾਂ ਤੋਂ ਗਿਆਨ ਪ੍ਰਾਪਤ ਕਰ ਜਾਂਦੇ ਨੇ, ਪੈਸੇ ਦੇ ਕੇ, ਪੈਸੇ ਦੇ ਕੇ ਤਾਂ ਗਿਆਨ ਪ੍ਰਾਪਤ ਕਰਨਾ ਹੈ। ਪੈਸੇ ਕਿਹੜੇ ਦਿੰਦਾ? ਜਿੰਨੀ ਮਿਹਨਤ ਕਰਦਾ ਸਰੀਰ ਨੂੰ ਪੈਸੇ ਨਹੀਂ ਦਿੰਦਾ, ਸਾਰਾ ਖਰਚ ਨਹੀਂ ਕਰਦਾ ਤੇ ਸਰੀਰ ਤੇ ਨਹੀਂ ਖਰਚ ਹੁੰਦਾ। ਜੋ ਮਿਹਨਤ ਕਰਦਾ ਸਾਰਾ ਸਰੀਰ ਤੇ ਖਰਚ ਹੁੰਦਾ ਹੈ, ਇਹਦੀ ਫੀਸ ਹੈ। ਜਿਵੇਂ ਬਾਹਰ ਜਾਂਦੇ ਨੇ ਮੁੰਡੇ, ਕਮਾਉਂਦੇ ਨੇ, ਪੜ੍ਹਦੇ ਨੇ, ਕਮਾਉਂਦੇ ਵੀ ਨੇ, ਪੜ੍ਹਦੇ ਵੀ ਨੇ। ਇਹ ਕਮਾਉਂਦਾ ਵੀ ਹੈ, ਪੜ੍ਹਦਾ ਵੀ ਹੈ। ਕਮਾਉਂਦਾ ਵੀ ਹੈ ਤੇ ਪੜ੍ਹਦਾ ਵੀ ਹੈ। ਪੜ੍ਹਨ ਵਾਸਤੇ ਕਮਾਉਂਦਾ, ਜਮ੍ਹਾਂ ਕਰਨ ਵਾਸਤੇ ਨਹੀਂ ਕਮਾਉਂਦਾ। ਅਸੀਂ ਪੜ੍ਹਨ ਵਾਸਤੇ ਨਹੀਂ ਕਮਾਉਂਦੇ, ਜਮ੍ਹਾਂ ਕਰਨ ਵਾਸਤੇ ਕਮਾਉਂਦੇ। ਪੜ੍ਹਨਾ ਛੱਡਿਆ ਹੈ। ਸਾਰੇ ਚੇਲੇ ਬਣਾਏ ਸੀ ਉਹਨੇ ਤਾਂ। ਤਿੰਨੀ ਚੇਲੇ ਪ੍ਰਵਾਨ ਕੀਤੇ ਸੀ ਉਹਨੇ ਤਾਂ। ਜਿੰਨੇ ਜੀ ਪੈਦਾ ਕੀਤੇ ਆਪਣੇ ਚੇਲੇ ਪ੍ਰਵਾਨ ਕਰਕੇ ਉਹਨਾਂ ਦੇ ਅੰਦਰ ਬੈਠਾ ਸੀ ਉਹਨੂੰ ਗਿਆਨ ਦੇਣ ਨੂੰ। ਇੱਕ ਸੰਸਾਰੀ, ਇੱਕ ਭੰਡਾਰੀ ਕਲਾਏ ਦੀ ਬਾਣ, ਉਹੀ ਸੰਸਾਰੀ ਹੈ, ਤੂੰ ਹੀ ਭੰਡਾਰੀ ਹੈ। ਤੈਨੂੰ ਮਾਰਨ ਦੀ ਆਦਤ ਹੈ, ਪਰ ਕਰੀ ਉਹਦੇ ਹੁਕਮ ਦੇ ਵਿੱਚ, ਨਹੀਂ ਉਹਦੇ ਹੁਕਮ 'ਚ। ਜਿਹੜਾ ਕੋ ਕਰਾਊਗਾ ਕਰੀ ਜਾਈ, ਤੈਨੂੰ ਦੋਸ਼ ਕੋਈ ਨਹੀਂ, ਨਾ ਤੈਨੂੰ ਪੁੰਨ ਹੈ। ਪਾਲੇ ਦਾ ਪੈਦਾ ਕਰੇ ਦਾ ਪੁੰਨ ਨਹੀਂ, ਮਾਰੇ ਦਾ ਪਾਪ ਕੋਈ ਨਹੀਂ। ਜੇ ਹੁਕਮ ਚੱਲੇਗਾ ਫਿਰ ਨਾ ਪੁੰਨ ਹੈ ਨਾ ਪਾਪ ਹੈ। ਪਰ ਇਹ ਤਾਂ ਹੋਰੇ ਰਾਹ ਪੈ ਗਿਆ, ਹੁਕਮ ਨਹੀਂ ਪਛਾਣਿਆ,
ਨਾਮ ਨਹੀਂ ਲਿਆ ਜਗ ਕਮਲਾ ਫਿਰੇ। ਕਮਲਿਆਂ ਦੇ ਟੋਲੇ 'ਚ ਰਲ ਗਿਆ। ਕਮਲੇ ਸਾਰੇ ਹੀ ਸੀ, ਇਹ ਵੀ ਕਮਲਾ ਹੋ ਗਿਆ। ਜਿਹੜਾ ਸੰਸਾਰ ਕਮਲਾ ਹੋਵੇ, ਨਵਾਂ ਆਇਆ ਕਿਉਂ ਨਹੀਂ ਕਮਲਾ ਹੋ ਉੱਥੇ? ਟੱਬਰੇ ਕਮਲਿਆਂ ਦੇ ਜਨਮ ਲੈ ਲਿਆ। ਕੱਲਾ ਕੀ ਕਰਦਾ? ਕਮਲਾ ਕਿਉਂ ਨਾ ਹੁੰਦਾ? ਚਾਰ ਆਦਮੀ ਇੱਕ ਆਦਮੀ ਨੂੰ ਕਮਲਾ ਕਰ ਦਿੰਦੇ ਨੇ। ਇੱਥੇ ਤਾਂ ਸਾਰਾ ਸੰਸਾਰ ਕਮਲਾ ਕਰਨ ਵਾਲਾ ਹੀ। ਕਹਿੰਦਾ ਯਾਰ ਤੁਸੀਂ ਚਾਰਾਂ ਨੂੰ